ਵਾਹਿਗੁਰੂ। ਗੁਰੂ ਜੀ ਦੀ ਸਾਜੀ ਨਵਾਜੀ, ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਅੱਜ ਦਾ ਦਿਹਾੜਾ ਹੈ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਉਹਨਾਂ ਨੇ ਹਜ਼ੂਰ ਸਾਹਿਬ ਨੰਦੇੜ ਦੀ ਧਰਤੀ 'ਤੇ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ। ਸੋ ਅੱਜ ਸਮੂਹ ਸਿੰਘ ਸੰਗਤਾਂ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਮਨਾਉਂਦੀਆਂ ਨੇ, ਸਾਰਿਆਂ ਨੂੰ ਇਸ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ। ਜੋ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਗੁਰੂ ਸਾਹਿਬਾਨਾਂ ਨੇ ਭੇਜ ਦਿੱਤਾ, ਤਕਰੀਬਨ 300 ਸਾਲ ਤੋਂ 12-13 ਸਾਲ ਉੱਪਰ ਹੋ ਗਏ। 1708 ਦੇ ਵਿੱਚ ਗੁਰਤਾ ਗੱਦੀ ਬਖਸ਼ਿਸ਼ ਕੀਤੀ। ਹੁਣ ਇਹ ਜੋ ਸਮਾਂ ਹੈ 3 ਸਾਲ ਤੋਂ ਉੱਪਰ ਦਾ, ਬਈ ਇੰਨੇ ਸਮੇਂ ਦੇ ਵਿੱਚ ਅਸੀਂ ਗੁਰਬਾਣੀ ਗੁਰੂ ਨੂੰ ਕਿੰਨਾ ਕੁ ਮੰਨੇ ਹਾਂ, ਕਿੰਨਾ ਕੁ ਇਹਨਾਂ ਦੇ ਦੱਸੇ ਹੋਏ ਮਾਰਗ ਦੇ ਉੱਤੇ ਚੱਲੇ, ਤੇ ਕਿੰਨੇ ਕੁ ਜੀਵਾਂ ਨੇ ਮਾਲਕ ਨਾਲ ਮਿਲਾਪ ਕੀਤਾ, ਉਹਨਾਂ ਨੇ ਅਮਰ ਪਦ ਵੀ ਹਾਸਲ ਕੀਤੀ। ਉਹਦੇ ਉੱਤੇ ਹੁਣ ਆਪਾਂ ਇਹ ਵਿਚਾਰ ਕਰਨੀ ਹੁੰਦੀ ਅਤੇ ਆਪਣੇ ਆਪ ਇਹਦੀ ਪੜਚੋਲ ਕਰਨੀ ਹੁੰਦੀ, ਬਈ ਜੋ ਸਾਨੂੰ ਸਤਿਗੁਰੂ ਸਮਝਾ ਰਹੇ, ਜੋ ਸਾਨੂੰ ਉਪਦੇਸ਼ ਦੇ ਰਹੇ, ਕੀ ਅਸੀਂ ਉਹ ਸ਼ਬਦ ਗੁਰੂ ਨੂੰ ਬੁੱਝੇ, ਕੀ ਅਸੀਂ ਉਹ ਨਾਮ ਤੱਕ ਪਹੁੰਚੇ ਹਾਂ, ਕਿ ਜਾਂ ਅਸੀਂ
ਉਹ ਸ਼ਬਦ ਗੁਰੂ ਦੀ ਹਜੇ ਪਹਿਚਾਣ ਹੀ ਨਹੀਂ ਕੀਤੀ, ਜਿਹਦੇ ਨਾਲ ਸਤਿਗੁਰੂ ਸਾਨੂੰ ਜੋੜ ਰਹੇ ਨੇ। ਮਾਰੇ ਫਰਮਾਉਂਦੇ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੀ। ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੀ। ਬਈ ਸਾਰੀ ਗੁਰਬਾਣੀ ਗੁਰੂ ਵਿੱਚ ਅੰਮ੍ਰਿਤ ਹੈ। ਇਹ ਜਿਹੜਾ ਸਿੱਖ ਗੁਰਬਾਣੀ ਗੁਰੂ ਨੂੰ ਮੰਨਦਾ ਹੈ, ਇਹ ਇਹਨਾਂ ਦੇ ਦੱਸੇ ਹੋਏ ਰਸਤੇ ਉੱਤੇ ਚੱਲਦਾ ਹੈ, ਉਹਨੂੰ ਪ੍ਰਤੱਖ ਉਹ ਸ਼ਬਦ ਗੁਰੂ ਦੇ ਲਿਜਾ ਕੇ ਸਨਮੁਖ ਖੜਾ ਕਰ ਦਿੰਦੇ। ਸਾਡੀ ਟੁੱਟੀ ਹੋਈ ਸ਼ਬਦ ਗੁਰੂ ਨਾਮ ਦੇ ਨਾਲ ਗੰਢ ਦਿੰਦੇ, ਨਾਮ ਦੇ ਨਾਲ ਜੋੜ ਦਿੰਦੇ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਬਈ ਅਸੀਂ ਕਿੰਨਾ ਕੁ ਇਹ ਭੇਦ ਲਿਆ ਸਤਿਗੁਰਾਂ ਤੋਂ, ਉਹ ਸ਼ਬਦ ਗੁਰੂ ਦਾ, ਕੀ ਅਸੀਂ ਸ਼ਬਦ ਗੁਰੂ ਨਾਲ ਜੁੜੇ ਹਾਂ ਕਿ ਜਾਂ ਨਹੀਂ ਜੁੜੇ। ਜਿਸ ਸਾਡੇ ਮੂਲ ਦਾ ਸਾਨੂੰ ਭੇਦ ਦੇ ਰਹੇ, ਸੱਚ ਦਾ, ਨਿਰੰਕਾਰ ਦਾ, ਜੋ ਸਾਡਾ ਸਾਰਿਆਂ ਦਾ ਮੂਲ, ਸਾਡਾ ਮਾਤਾ ਪਿਤਾ, ਕੀ ਅਸੀਂ ਆਪਦੇ ਮਾਤਾ ਪਿਤਾ ਦੀ ਪਹਿਚਾਣ ਕੀਤੀ ਕਿ ਜਾਂ ਨਹੀਂ ਕੀਤੀ। ਜੇ ਅਸੀਂ ਆਪਦੇ ਮਾਤਾ ਪਿਤਾ ਦੀ ਪਹਿਚਾਣ ਹੀ ਨਹੀਂ ਕੀਤੀ, ਜਿਹਨੇ ਸਾਡੀ ਸਿਰਜਣਾ ਕਰਕੇ ਸਾਨੂੰ ਇਸ ਸੰਸਾਰ ਦੇ ਵਿੱਚ ਭੇਜਿਆ, ਜੋ ਸਾਡੀ ਪਾਲਣਾ ਪੋਸ਼ਣਾ ਕਰ ਰਹੀ ਹੈ, ਜੋ ਸਾਨੂੰ ਸਵਾਸ ਦੇ ਕੇ ਜਿਉਂਦਾ ਰੱਖ ਰਹੀ ਹੈ, ਜੇ ਅਸੀਂ ਉਹ ਸਿਰਜਣਹਾਰ ਵੱਲ ਦੀ ਪਹਿਚਾਣ ਨਹੀਂ ਕੀਤੀ, ਉਹਨੂੰ ਨਹੀਂ ਜਾਣਿਆ, ਜੇ ਅਸੀਂ ਉਹ ਸ਼ਬਦ ਗੁਰੂ ਜੋ ਹੁਕਮ ਹੈ, ਉਹ ਹੁਕਮ ਨੂੰ ਨਹੀਂ ਬੁੱਝੇ, ਫਿਰ ਸਾਨੂੰ ਕਹਿੰਦੇ ਵੀ ਉਹ ਜੀਵ ਨੇ ਜਿਹੜੇ ਨਾਮ ਤੋਂ ਟੁੱਟੇ ਹੋਏ, ਸੱਚ ਤੋਂ ਬੇਮੁਖ ਨੇ। ਬਈ ਬੇਸ਼ੱਕ ਉਹਨਾਂ ਨੂੰ ਇਹ ਮਾਨਸ ਦੇਹੀ ਤਾਂ ਮਿਲ ਗਈ, ਬੜੇ ਚਿਰਾਂ ਬਾਅਦ, ਬੜੇ ਯੁੱਗਾਂ ਬਾਅਦ ਪ੍ਰਾਪਤ ਹੁੰਦੀ, ਪਰ ਜੇ ਇਹਦੇ ਵਿੱਚ ਰਹਿੰਦੇ ਹੋਏ ਸਿਰਜਣਹਾਰ ਦੀ ਪਹਿਚਾਣ ਨਾ ਕੀਤੀ, ਤੇ ਫਿਰ ਕਹਿੰਦੇ ਬਈ ਇਹ ਪਸ਼ੂ ਤੇ ਪ੍ਰੇਤਾਂ ਤੋਂ ਵੀ ਭੈੜੇ ਨੇ। ਮਾਰੇ ਫਰਮਾਉਂਦੇ ਚਰਨ ਕਾਲ ਪਾਈ ਦਰਲੰਭ ਦੇ, ਨਾਮ ਬਿਹੋਣੀ ਹੋਈ ਖੇ, ਪਸ਼ੂ ਪ੍ਰੇਤ ਮੁਗਤ ਤੇ ਬੁਰੀ, ਤਿਸੇ ਨਾ ਬੂਝੇ ਜੈਨੇ ਹੁਸੀਰੀ। ਬਈ ਕੀ ਅਸੀਂ ਉਹ ਸਿਰਜਣਹਾਰ ਦੀ ਪਹਿਚਾਣ ਕੀਤੀ ਕਿ ਨਹੀਂ ਕੀਤੀ, ਜੋ ਸਾਨੂੰ ਗੁਰਬਾਣੀ ਗੁਰੂ ਕਰਾ ਰਹੇ ਨੇ, ਸਾਡੇ ਮਾਤਾ ਪਿਤਾ ਦੀ ਜਾਣ ਪਹਿਚਾਣ। ਜੇ ਅਸੀਂ ਨਹੀਂ ਕੀਤੀ ਤੇ ਫਿਰ ਸਤਿਗੁਰੂ ਕੀ ਕਹਿੰਦੇ, ਸਾਡੇ ਮਨਾਂ ਨੂੰ ਵੀ ਇਹ ਪਸ਼ੂ ਨੇ, ਇਹ ਪ੍ਰੇਤ ਨੇ, ਇਹ ਪ੍ਰੇਤਾਂ ਤੋਂ ਵੀ ਭੈੜੇ ਨੇ। ਸੋ ਇਸ ਵਾਸਤੇ ਹੁਣ ਆਪਾਂ ਨੂੰ ਸਮਝਾਉਂਦੇ ਵੀ ਜੋ ਗੁਰਬਾਣੀ ਗੁਰੂ ਸਾਨੂੰ ਸਮਝਾਉਂਦੇ, ਸਾਰੀ ਗੁਰਬਾਣੀ ਸਾਡੀ ਇਸ ਕਾਇਆ ਦੀ ਖੋਜ ਕਰਕੇ ਸਾਨੂੰ ਇਹ ਸਾਰਾ ਭੇਦ ਦਿੱਤਾ ਹੋਇਆ 1430 ਅੰਗ ਵਿੱਚ, ਵੀ ਕਿਵੇਂ ਇਹ ਜਿਹੜਾ ਪਿੰਡ ਹੈ, 10 ਦੁਆਰਾਂ ਦਾ ਪਿੰਡ ਤਿਆਰ ਹੋਏ, ਫਿਰ ਇਹ ਜਿਹੜਾ ਪਿੰਡ ਬਣ ਗਿਆ, ਇਹ ਪਿੰਡ ਦੇ ਵਿੱਚ ਕੌਣ ਵੱਸਦਾ ਹੈ, ਕਿਹੜਾ ਪਰਿਵਾਰ ਵੱਸਦਾ, ਇਹਦੇ ਵਿੱਚ ਕੌਣ ਬੋਲਦਾ ਹੈ, ਕੌਣ ਦੇਖਦਾ ਹੈ, ਕੌਣ ਸੁਣਦਾ ਹੈ। ਇਹ ਫਿਰ ਆਪਾਂ ਨੂੰ ਬੜਾ ਬਰੀਕੀ ਦੇ ਵਿੱਚ ਪਹਿਲਾਂ ਸਾਰਾ ਭੇਦ ਦੇ ਕੇ ਸਮਝਾ ਕੇ, ਵੀ ਕਿਵੇਂ ਇਹ ਜਿਹੜਾ ਸਰੀਰ ਹੈ, ਸਰੀਰ ਤਿਆਰ ਹੁੰਦਾ, ਕਿਵੇਂ ਚਮੜਾ ਬਣਦਾ ਹੈ, ਕਿਵੇਂ ਨਾੜਾਂ ਤਿਆਰ ਹੁੰਦੀਆਂ, ਕਿਵੇਂ ਫਿਰ ਇਹ ਸਾਰਾ ਜਿਹੜਾ ਪਿੰਡ, ਇਹ 10 ਦੁਆਰਾਂ ਦਾ ਪਿੰਡ ਤਿਆਰ ਹੋ ਜਾਂਦਾ। ਸਾਰਾ ਪਹਿਲਾਂ ਸਾਨੂੰ ਭੇਦ ਦੇ ਕੇ ਸਮਝਾ ਕੇ ਫਿਰ ਸਾਨੂੰ ਸਵਾਲ ਕਰਦੇ, ਵੀ ਜਿਵੇਂ ਹੁਣ ਅਸੀਂ ਗੁਰਤਾਗਦੀ ਦਿਵਸ ਮਨਾਉਂਦੇ, ਬਈ ਜੋ ਸਾਨੂੰ ਗੁਰੂ
ਸਭ ਸਮਝਾ ਰਹੇ ਨੇ। ਕੀ ਸਾਨੂੰ ਇਹਦੀ ਸਮਝ ਲੱਗੀ ਵੀ ਹੈ ਕਿ ਜਾਂ ਨਹੀਂ ਲੱਗੀ? ਜੋ ਅਸੀਂ ਪੜ੍ਹ ਰਹੇ ਹਾਂ, ਕੀ ਸਾਨੂੰ ਉਹ ਸਮਝ ਆਉਂਦਾ ਵੀ ਇਹ ਅਸੀਂ ਖੋਜ ਵੀ ਕਰਦੇ ਹਾਂ ਕਿ ਜਾਂ ਨਹੀਂ ਕਰਦੇ? ਜਿਵੇਂ ਸੰਸਾਰ ਦੇ ਵਿੱਚ ਬੱਚੇ ਪੜ੍ਹਦੇ, ਸਕੂਲਾਂ 'ਚ ਜਾਂਦੇ, ਟੀਚਰ ਪਹਿਲਾਂ ਉਹਨਾਂ ਨੂੰ ਪੜ੍ਹਾਉਂਦੇ, ਫਿਰ ਉਹਨਾਂ ਦਾ ਇਮਤਿਹਾਨ ਹੁੰਦਾ, ਫਿਰ ਪੇਪਰ ਹੁੰਦਾ, ਫਿਰ ਪਤਾ ਲੱਗਦਾ ਵੀ ਜੋ ਉਹਨਾਂ ਨੂੰ ਪੜ੍ਹਾਇਆ ਕੀ ਉਹਨਾਂ ਦੀ ਸਮਝ ਦੇ ਵਿੱਚ ਪਿਆ ਵੀ ਕਿ ਜਾਂ ਨਹੀਂ ਪਿਆ, ਕੀ ਉਹਨਾਂ ਨੂੰ ਸਮਝ ਲੱਗੀ, ਉਹ ਪਾਸ ਹੁੰਦੇ ਨੇ ਕਿ ਜਾਂ ਫੇਲ ਹੁੰਦੇ। ਔਰ ਇਸੇ ਤਰ੍ਹਾਂ ਹੀ ਜਦੋਂ ਅਸੀਂ ਗੁਰਬਾਣੀ ਗੁਰੂ ਨੂੰ ਪੜ੍ਹਦੇ, ਸਤਿਗੁਰੂ ਫਿਰ ਸਾਨੂੰ ਸਵਾਲ ਕਰਦੇ ਵੀ ਤੁਸੀਂ ਇਹ ਦੱਸੋ, ਜੇ ਤੁਸੀਂ ਗਿਆਨੀ, ਇਹ ਜਿਹੜਾ ਤੁਹਾਡਾ ਪਿੰਡ ਤਿਆਰ ਹੋਇਆ, ਜਿਹੜੇ ਘਰ ਦੇ ਵਿੱਚ ਤੁਸੀਂ ਵਸਦੇ, ਇਹ 10 ਦੀਵਾਰਾਂ ਦਾ ਘਰ ਬਣੇ, ਪੌਣ ਪਾਣੀ ਵਸੰਤਰ ਦੁਆਰਾ ਇਹ ਤਿਆਰ ਹੋਏ, ਹੁਣ ਤੁਸੀਂ ਬੁੱਝੋ ਇਹ ਕਿਵੇਂ ਬਣੇ? ਜੇ ਤਾਂ ਤੁਸੀਂ ਬੁੱਝ ਲਿਆ ਫਿਰ ਤੁਸੀਂ ਗਿਆਨੀ ਹੋ, ਤੁਹਾਨੂੰ ਗਿਆਨ ਹੈ। ਜੇ ਹੁਣ ਅਸੀਂ ਨਹੀਂ ਬੁੱਝਿਆ ਫਿਰ ਸਾਨੂੰ ਕਹਿੰਦੇ ਤੁਸੀਂ ਅਗਿਆਨੀ, ਵੀ ਤੁਹਾਨੂੰ ਗਿਆਨ ਨਹੀਂ, ਤੁਹਾਨੂੰ ਭੇਦ ਨਹੀਂ ਆਇਆ ਵੀ ਜੋ ਤੁਹਾਨੂੰ ਸਮਝਾਇਆ ਜਾ ਰਿਹਾ। ਬਾਰੇ ਫਰਮਾਉਂਦੇ ਨੇ, ਪੌਣ ਪਾਣੀ ਅਗਨੀ ਕਾ ਮੇਲ, ਚਾਂਚਲ ਚਪਲ ਬੁੱਧ ਕਾ ਖੇਲ, 9 ਦਰਵਾਜੇ 10ਵਾਂ ਦਵਾਰ, ਬੁੱਝਰੇ ਗਿਆਨੀ ਇਹੋ ਵਿਚਾਰ। ਬਈ ਤੁਸੀਂ ਇਹ ਬੁੱਝੋ ਬੁਝਾਰਤ, ਜਿਹੜੇ ਜੀਵ ਗੁਰਬਾਣੀ ਪੜ੍ਹਦੇ ਉਹਨਾਂ ਨੂੰ ਭਾਈ, ਬਈ ਤੁਸੀਂ ਪੜ੍ਹਦੇ ਹੋ, ਇੰਨੇ ਸਾਲ ਤੋਂ ਪੜ੍ਹਦੇ ਆ ਰਹੇ ਹੋ, ਇੰਨੇ ਸਮੇਂ ਤੋਂ ਪੜ੍ਹ ਰਹੇ ਹੋ, ਕੀ ਤੁਹਾਨੂੰ ਇਹ ਭੇਤ ਆਇਆ ਵੀ ਜਿਸ ਘਰ, ਜਿਸ ਪਿੰਡ ਦੇ ਵਿੱਚ, ਜੇ ਇਸ ਸਰੀਰ ਦੇ ਵਿੱਚ ਤੁਸੀਂ ਵਸਦੇ ਹੋ, ਇਹ ਤੁਹਾਡਾ ਘਰ ਕਿਵੇਂ ਬਣੇ, ਕਿਵੇਂ ਤਿਆਰ ਹੋਏ? ਹੁਣ ਜੇ ਤਾਂ ਅਸੀਂ ਸਤ ਸੰਗਤ ਕੀਤੀ ਹੈ, ਜੇ ਤਾਂ ਅਸੀਂ ਗੁਰਬਾਣੀ ਗੁਰੂ ਨੂੰ ਵਿਚਾਰੇ, ਫਿਰ ਤਾਂ ਅਸੀਂ ਦੱਸ ਸਕਾਂਗੇ ਵੀ ਇਹ ਕਿਵੇਂ ਬਣਿਆ, ਨਹੀਂ ਤਾਂ ਸਾਨੂੰ ਪਤਾ ਨਹੀਂ ਵੀ ਕਿਵੇਂ ਬਣੇ। ਜੇ ਸਾਨੂੰ ਇਹੀ ਨਹੀਂ ਪਤਾ ਵੀ ਘਰ ਕਿਵੇਂ ਬਣੇ ਆ, ਤੇ ਫਿਰ ਸਾਨੂੰ ਕਹਿੰਦੇ ਤੁਸੀਂ ਅਗਿਆਨੀ, ਵੀ ਫਿਰ ਤੁਸੀਂ ਪੜ੍ਹਦੇ ਕੀ ਹੋ? ਇਹੀ ਤਾਂ ਸਾਨੂੰ ਗੁਰਬਾਣੀ ਗੁਰੂ ਵਿੱਚ ਸਮਝਾਇਆ ਜਾ ਰਿਹਾ, ਇਹ ਤਾਂ ਦੱਸਿਆ ਜਾ ਰਿਹਾ। ਫਿਰ ਸਾਨੂੰ ਦੂਸਰਾ ਸਵਾਲ ਕਰਦੇ ਵੀ ਇਹ ਤਾਂ ਪਿੰਡ ਬਣ ਗਿਆ, ਹੁਣ ਤੁਸੀਂ ਇਹ ਦੱਸੋ ਵੀ ਇਹ ਪਿੰਡ ਦੇ ਵਿੱਚ ਵੱਸਦਾ ਕੌਣ ਹੈ? ਇਹਦੇ ਵਿੱਚ ਕੌਣ ਬੋਲਦਾ ਹੈ, ਕੌਣ ਇਹਦੇ ਵਿੱਚ ਦੇਖਦਾ ਹੈ ਤੇ ਕੌਣ ਸੁਣਦਾ ਹੈ? ਜੇ ਤੁਸੀਂ ਇਹ ਬੁੱਝ ਲਿਆ, ਕਹਿੰਦੇ ਤੁਸੀਂ ਗਿਆਨੀ ਹੋ, ਫਿਰ ਤੁਸੀਂ ਪਾਸ। ਜੇ ਅਸੀਂ ਇਹ ਨਹੀਂ ਬੁੱਝਿਆ ਫਿਰ ਕਹਿੰਦੇ ਅਗਿਆਨੀ। ਮਾਰੇ ਫਰਮਾਉਂਦੇ, ਕਥਤਾ ਬਕਤਾ ਸੁਣਤਾ ਸੋਈ, ਆਪ ਵਿਚਾਰੀ ਸੋ ਗਿਆਨੀ ਹੋਈ। ਬਈ ਜਿਹਨੇ ਇਹਨੂੰ ਵਿਚਾਰੇ ਉਹਨੂੰ ਕਹਿੰਦੇ ਗਿਆਨੀ। ਵੀ ਕੀ ਤੁਹਾਨੂੰ ਪਤਾ ਵੀ ਇਹਦੇ ਵਿੱਚ ਕੌਣ ਬੋਲਦਾ, ਕੌਣ ਦੇਖਦਾ ਤੇ ਕੌਣ ਸੁਣਦਾ? ਹੁਣ ਜੇ ਅਸੀਂ ਇਹ ਪ੍ਰੈਕਟੀਕਲ ਨਹੀਂ ਕੀਤਾ ਤੇ ਸਾਨੂੰ ਪਤਾ ਹੀ ਨਹੀਂ ਵੀ ਇਹਦੇ ਵਿੱਚ ਕੌਣ ਬੋਲਦਾ, ਕੌਣ ਦੇਖਦਾ, ਕੌਣ ਸੁਣਦਾ। ਫਿਰ ਸਾਨੂੰ ਇਹ ਸਮਝ ਨਹੀਂ ਲੱਗੇਗੀ, ਸਾਨੂੰ ਇਹ ਭੇਤ ਨਹੀਂ ਆਏਗਾ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਇੰਨੇ ਸਾਲਾਂ ਦੇ ਵਿੱਚ ਜੇ ਸਾਨੂੰ ਇਹੀ ਨਹੀਂ ਭੇਤ ਆਇਆ ਬਈ ਇਹ ਪਿੰਡ ਕਿਵੇਂ ਬਣਿਆ, ਸਰੀਰ ਕਿਵੇਂ ਤਿਆਰ ਹੋਇਆ, ਇਹਦੇ ਵਿੱਚ ਕੌਣ ਵੱਸਦਾ ਹੈ, ਫਿਰ ਸਾਨੂੰ ਕਹਿੰਦੇ ਵੀ ਤੁਹਾਨੂੰ ਬਈ ਗਿਆਨ ਨਹੀਂ ਹੋਇਆ, ਤੁਸੀਂ ਗਿਆਨੀ ਨਹੀਂ ਹੋ, ਤੁਸੀਂ ਅਗਿਆਨੀ। ਹੁਣ ਆਪਾਂ ਨੂੰ ਫਿਰ ਇਸ ਲਈ ਇਹ ਗਿਆਨੀ ਦੀ ਪਰਿਭਾਸ਼ਾ ਦੱਸਦੇ ਵੀ ਜਿਹੜਾ ਗਿਆਨੀ ਹੈ, ਗਿਆਨੀ ਦੀ ਪਰਿਭਾਸ਼ਾ ਕੀ ਹੈ? ਜਿਹਨੂੰ ਇਹ ਸਾਰਾ ਗਿਆਨ, ਜਿਹਨੇ ਆਪਣੇ ਆਪੇ ਦੀ ਪਹਿਚਾਣ ਕੀਤੀ,
ਜਿਹਨੇ ਇਹਦੇ ਜਿਹੜਾ ਅੰਦਰ ਵਸਦਾ ਮਾਲਕ ਉਹਦੀ ਪਹਿਚਾਣ ਕੀਤੀ, ਉਹਨੂੰ ਕਹਿੰਦੇ ਵੀ ਇਹ ਗਿਆਨੀ, ਇਹਨੂੰ ਗਿਆਨ ਹੈ। ਮਾਰੇ ਫਰਮਾਉਂਦੇ ਪ੍ਰਣਵਤ ਨਾਨਕ ਗਿਆਨੀ ਕੈਸਾ ਹੋਈ, ਆਪ ਪਛਾਣੇ ਬੁੱਝੇ ਸੋਏ। ਬਈ ਗਿਆਨੀ ਜਿਹੜਾ ਉਹ ਕਿੱਦਾਂ ਦਾ ਹੋਣਾ ਚਾਹੀਦਾ, ਜਿਹਨੂੰ ਆਪਦੇ ਆਪੇ ਦੀ ਪਹਿਚਾਣ ਹੈ। ਉਹਨੂੰ ਕਹਿੰਦੇ ਗੁਰਬਾਣੀ ਗੁਰੂ ਵਿੱਚ ਵੀ ਇਹ ਗਿਆਨੀ, ਇਹਨਾਂ ਨੂੰ ਗਿਆਨ ਹੈ। ਜੋ ਇਹਨਾਂ ਨੂੰ ਸਮਝਾਇਆ ਜਾ ਰਿਹਾ, ਇਹਨਾਂ ਨੂੰ ਭੇਤ ਹੈ ਸੱਚ ਦਾ, ਨਾਮ ਦਾ, ਇਹਨਾਂ ਨੂੰ ਭੇਤ ਹੈ ਆਪਣੇ ਘਰ ਦਾ, ਨਿਜ ਮਿਲ 10ਵੇਂ ਦਵਾਰ ਦਾ। ਫਿਰ ਉਹਨਾਂ ਗਿਆਨੀਆਂ ਦੀ ਮਾਲਕ ਡਿਊਟੀ ਲਾਉਂਦਾ ਹੈ ਵੀ ਤੁਸੀਂ ਇਹ ਗਿਆਨ ਹੁਣ ਅੱਗੇ ਦੱਸੋ ਜੀਵਨ, ਬਈ ਤੁਸੀਂ ਇਹ ਵਿਚਾਰ ਕਰਨੀ ਬਈ ਅਸੀਂ ਕਿਵੇਂ ਜੀਵਨ ਮੁਕਤ ਹੋਣਾ, ਅਸੀਂ ਕਿਵੇਂ ਨਿਰਵਾਣ ਪਦ ਜਿਹੜਾ ਉਹਦੀ ਪ੍ਰਾਪਤੀ ਕਰਨੀ, ਕਿਵੇਂ ਅਸੀਂ ਸਦਾ ਵਾਸਤੇ ਅਮਰ ਹੋਣਾ, ਕਿਵੇਂ ਅਸੀਂ ਮਾਲਕ ਦੇ ਵਿੱਚ ਅਭੇਦ ਹੋਣਾ। ਇਹ ਫਿਰ ਗਿਆਨੀਆਂ ਨੇ ਵਿਚਾਰ ਕਰਨਾ। ਮਾਰੇ ਫਰਮਾਉਂਦੇ ਐਸਾ ਕਰੋ ਵਿਚਾਰ ਗਿਆਨੀ, ਜਿਆਦੇ ਪਾਈਏ ਪਦ ਨਿਰਵਾਨੀ। ਬਈ ਗਿਆਨੀਓ ਇਹ ਵਿਚਾਰ ਕਰੋ ਬਈ ਅਸੀਂ ਨਿਰਵਾਣ ਪਦ ਦੀ ਕਿਵੇਂ ਪ੍ਰਾਪਤੀ ਕਰੀਏ। ਨਿਰਵਾਣ ਪਦ ਹੁੰਦਾ ਵੀ ਵਿਚਾਰਾਂ ਤੋਂ ਰਹਿਤ, ਫੁਰਨਿਆਂ ਤੋਂ ਰਹਿਤ, ਬਈ ਜਿੱਥੇ ਜਾ ਕੇ ਅਸੀਂ ਸਦਾ ਲਈ ਅਮਰ ਹੋ ਜਾਂਦੇ, ਅਸੀਂ ਜੀਵਨ ਮੁਕਤ ਹੋ ਜਾਂਦੇ, ਵੀ ਉਹ ਸਾਡੇ ਮਨ ਦੀ ਅਵਸਥਾ ਕਿਵੇਂ ਬਣੇ। ਔਰ ਇਹ ਵਿਚਾਰ ਗਿਆਨੀਆਂ ਨੇ ਕਰਨੀ ਹੁੰਦੀ। ਹੋਰ ਗਿਆਨੀਆਂ ਨੇ ਸਾਨੂੰ ਕੋਈ ਸੰਸਾਰ ਦੀਆਂ ਕਹਾਣੀਆਂ ਨਹੀਂ ਸੁਣਾਉਣੀਆਂ ਹੁੰਦੀਆਂ। ਉਹਨਾਂ ਨੇ ਸਾਨੂੰ ਆਹ ਦੁਵਿਧਾ ਦੀਆਂ ਗੱਲਾਂ ਨਹੀਂ ਸਿਖਾਉਣੀਆਂ, ਵੈਰ ਵਿਰੋਧ ਦੀਆਂ। ਉਹਨਾਂ ਨੇ ਸਾਨੂੰ ਆਹ ਸੰਸਾਰ ਦੇ ਵਿੱਚ ਕਿਸੇ ਦੀ ਨਿੰਦਿਆ ਕਰਕੇ, ਕਿਸੇ ਦੀ ਬੁਰਾਈ ਕਰਕੇ, ਕਿਸੇ ਪ੍ਰਥਾਏ ਸਾਡੇ ਅੰਦਰ ਵੈਰ ਵਿਰੋਧ ਭਰ ਕੇ ਉਹਨਾਂ ਨੇ ਸਾਡੇ ਅੰਦਰ ਧੜੇ ਨਹੀਂ ਬਣਾਉਣੇ ਹੁੰਦੇ। ਗਿਆਨੀਆਂ ਦਾ ਜਿਹੜਾ ਧਨ ਹੈ ਉਹ ਨਾਮ ਹੈ, ਅਤੇ ਉਹਨਾਂ ਨੇ ਵਿਚਾਰ ਕਰਨੀ ਸਹਿਜ ਦੇ ਵਿੱਚ, ਸਹਿਜ ਦੇ ਵਿੱਚ ਉਹਨਾਂ ਨੇ ਵਪਾਰ ਕਰਨਾ ਨਾਮ 'ਚ। ਮਾਰੇ ਫਰਮਾਉਂਦੇ ਗਿਆਨੀਆਂ ਕਾ ਧਨ ਹਰ ਨਾਮ ਹੈ, ਸਹਿਜ ਕਰੇ ਵਪਾਰ। ਵੀ ਉਹਨਾਂ ਨੇ ਸਹਿਜ ਦੇ ਵਿੱਚ ਇਹ ਵਣਜ ਕਰਨਾ, ਉਹਨਾਂ ਨੇ ਵਪਾਰ ਕਰਨਾ ਨਾਮ ਦਾ, ਨਾਮ ਦਾ ਸਾਨੂੰ ਭੇਦ ਦੇਣਾ। ਔਰ ਇਹ ਫਿਰ ਗਿਆਨੀਆਂ ਨੂੰ ਹੁਕਮ ਹੈ ਮਾਲਕ ਵੱਲੋਂ ਵੀ ਤੁਸੀਂ ਇਹ ਵਿਚਾਰ ਕਰ, ਤੁਸੀਂ ਇੱਕ ਕਥਾ ਕਹਾਣੀ ਕਰਨੀ, ਮਾਲਕ ਨੂੰ ਮਿਲਾਪ ਦਾ ਰਸਤਾ ਦੱਸ। ਉਹਨਾਂ ਨੇ ਸਾਨੂੰ ਫਿਰ ਇਹ ਪਿਆਰ ਦਾ ਮਾਰਗ ਦੱਸਣਾ ਜੋ ਸਾਨੂੰ ਗੁਰਬਾਣੀ ਗੁਰੂ ਵਿੱਚ ਸਮਝਾਏ। ਜਿਹੜਾ ਰਸਤਾ ਅਸੀਂ ਭੁੱਲ ਚੁੱਕੇ, ਜਿਹੜਾ ਰਸਤਾ ਅਸੀਂ ਛੱਡ ਚੁੱਕੇ, ਮਾਰੇ ਕਹਿੰਦੇ ਪੰਥਾ ਪ੍ਰੇਮ ਨਾ ਜਾਣੀ, ਭੁੱਲੀ ਫਿਰੇ ਗਵਾਰ। ਬਈ ਜਿਹੜਾ ਪੰਥ ਪ੍ਰੇਮ ਦਾ ਸੀ, ਜਿਹੜਾ ਸੰਤ ਮਾਰਗ ਸੀ, ਉਹਨੂੰ ਅਸੀਂ ਛੱਡ ਦਿੱਤਾ, ਉਹਨੂੰ ਅਸੀਂ ਭੁੱਲ ਗਏ। ਹੁਣ ਜਿਹੜਾ ਰਸਤਾ ਅਸੀਂ ਭੁੱਲ ਚੁੱਕੇ ਹਾਂ, ਸਾਨੂੰ ਉਹ ਰਸਤੇ ਬਾਰੇ ਸੰਤਾਂ ਨੇ, ਗਿਆਨੀਆਂ ਨੇ ਸਮਝਾਉਣਾ ਹੁੰਦਾ ਅਤੇ ਸਾਨੂੰ ਉਹ ਰਸਤੇ 'ਤੇ ਤੋਰਨਾ ਹੁੰਦਾ। ਹੋਰ ਸੰਤਾਂ ਨੇ ਸਾਨੂੰ ਆ ਵੈਰ ਵਿਰੋਧ ਦੀਆਂ ਗੱਲਾਂ ਨਹੀਂ ਸਿਖਾਉਣੀਆਂ, ਇਹ ਤਾਂ ਅਸੀਂ ਪਹਿਲਾਂ ਹੀ ਸਿੱਖੇ ਹੋਏ ਹਾਂ। ਇਹਦੇ ਵਿੱਚ ਨਵੀਂ ਗੱਲ ਕੀ ਸਿੱਖਣ। ਜੇ ਹੁਣ ਸਾਡੇ ਅੰਦਰ ਕੋਈ ਦੁਵਿਧਾ ਹੀ ਭਰਦਾ ਹੈ, ਸਾਨੂੰ ਕੋਈ ਈਰਖਾ ਨਫ਼ਰਤ ਦੀ ਗੱਲ ਦੱਸਦਾ, ਉਹ ਤਾਂ ਸਾਡੇ ਅੰਦਰ ਪਹਿਲਾਂ ਹੀ ਕੁੱਟ-ਕੁੱਟ ਕੇ ਭਰੀ ਹੋਈ ਹੈ। ਉਹਨਾਂ ਨੇ ਸਾਨੂੰ ਇਹ ਚੀਜ਼ਾਂ ਤੋਂ ਵਰਜਿਤ ਕਰਨਾ, ਇਹ ਚੀਜ਼ਾਂ ਤੋਂ ਸਾਨੂੰ ਉੱਪਰ ਉਠਾਉਣਾ ਹੁੰਦਾ। ਉਹਨਾਂ ਨੇ ਬਈ ਉਹਨਾਂ ਨੇ ਸਾਨੂੰ ਮਾਲਕ ਨੂੰ ਮਿਲਾਪ ਦਾ ਰਸਤਾ ਦੱਸਣਾ, ਸਾਨੂੰ ਭੇਜ ਦੇਣਾ ਨਾਮ ਦਾ, ਵੀ ਨਾਮ ਸਾਡੇ ਅੰਦਰ ਕਿੱਥੇ ਹੈ ਅਤੇ ਉਹ ਨਾਮ ਕਿਵੇਂ ਪ੍ਰਗਟ ਹੋਣਾ, ਜੋ ਸਾਡੇ ਸਾਰਿਆਂ ਦੇ ਅੰਦਰ ਗੁਪਤ ਹੈ। ਉਹਨੇ ਗੁਪਤ ਨਾਮ ਪ੍ਰਗਟ ਹੁੰਦਾ ਗੁਰੂ ਦੀ ਮੱਤ ਦੁਆਰਾ, ਉਹਦਾ ਇਹ ਪ੍ਰਗਟ ਨਹੀਂ ਹੁੰਦਾ ਚਾਹੇ ਜੀਵ ਸਾਰੀ ਉਮਰ ਲੱਗਿਆ ਰਹੇ।
ਮਾਰੇ ਫਰਮਾਉਂਦੇ ਗੁਪਤਾ ਨਾਮ ਵਰਤੀ ਵਿੱਚ ਕਲਯੁਗ ਘਟ ਘਟ ਹਰ ਭਰਪੂਰ ਰਿਹਾ। ਨਾਮ ਰਤਨ ਤੇ ਨਾ ਹਿਰਦੇ ਪ੍ਰਗਟਿਆ ਜੋ ਗੁਰ ਸ਼ਰਨਾਈ ਭਜ ਪਿਆ। ਬਈ ਇਹ ਨਾਮ ਰਤਨ ਉਹਨਾਂ ਦੇ ਅੰਦਰ ਪ੍ਰਗਟ ਹੁੰਦਾ ਜਿਹੜੇ ਗੁਰੂ ਦੀ ਸ਼ਰਨ 'ਚ ਆ ਜਾਂਦੇ, ਜਿਹੜੇ ਗੁਰਮੁਖ ਸਾਧ ਸੰਗਤ ਕਰਦੇ, ਜਿਹੜੇ ਗੁਰਬਾਣੀ ਗੁਰੂ ਦਾ ਬਚਨ ਮੰਨਦੇ, ਜਿਹੜੇ ਪ੍ਰੇਮ ਦੇ ਪੰਥ 'ਤੇ ਚੱਲਦੇ, ਉਹਨਾਂ ਦੇ ਅੰਦਰ ਇਹ ਗੁਪਤ ਨਾਮ ਪ੍ਰਗਟ ਹੁੰਦਾ। ਨਹੀਂ ਤਾਂ ਆਮ ਜੀਵ ਨੂੰ ਨਾਮ ਦਾ ਭੇਦ ਨਹੀਂ ਆ ਸਕਦਾ। ਨਾਮ ਦਾ ਭੇਦ ਹੋਣ ਕਰਕੇ ਜੀਵ ਦੇ ਅੰਦਰੋਂ ਹਉਮੈ ਨਹੀਂ ਜਾਂਦੀ, ਹੰਕਾਰ ਨਹੀਂ ਜਾਂਦਾ। ਹਉਮੈ ਹੰਕਾਰ ਦੇ ਵਿੱਚ ਆ ਕੇ ਹੀ ਉਹ ਦੂਸਰਿਆਂ ਦੀ ਬੁਰਾਈ ਕਰਦਾ, ਦੂਸਰਿਆਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦਾ। ਸੋ ਇਸ ਵਾਸਤੇ ਮਹਾਰਾਜ ਕਹਿੰਦੇ ਜੇ ਅਸੀਂ ਹੁਕਮ ਨੂੰ ਬੁੱਝ ਲਾਂਗੇ ਤੇ ਸਾਡਾ ਮਨ ਹਉਮੈ ਤੋਂ ਰਹਿਤ ਹੋ ਜਾਏਗਾ, ਨਹੀਂ ਤਾਂ ਇਹਦੇ ਅੰਦਰੋਂ ਹਉਮੈ ਜਾਂਦੀ ਨਹੀਂ। ਸਤਿਗੁਰੂ ਇਸੇ ਪ੍ਰਥਾਏ ਫਰਮਾਉਂਦੇ ਨਾਨਕ ਹੁਕਮੇ ਜੇ ਬੂਝੇ ਹਉਮੈ ਕਹੇ ਨਾ ਕੋਈ। ਜੇ ਅਸੀਂ ਹੁਕਮ ਨੂੰ ਬੁੱਝੀਏ ਹੀ ਨਹੀਂ, ਹੁਕਮ ਦੇ ਵਿੱਚ ਨਹੀਂ ਆਈ, ਤੇ ਸਾਡੇ ਅੰਦਰ ਹਉਮੈ ਬੈਠੀ ਹੁੰਦੀ, ਤੇ ਹਉਮੈ ਦਾ ਤੇ ਨਾਮ ਦਾ ਆਪਸ ਵਿੱਚ ਵਿਰੋਧ ਹੈ। ਇਹ ਦੋਵੇਂ ਇਕੱਠੇ ਇੱਕ ਥਾਂ ਤੇ ਨਹੀਂ ਵਸਦੇ। ਸਤਿਗੁਰੂ ਫਰਮਾਉਂਦੇ ਹਉਮੈ ਨਾਮੇ ਨਾਲ ਵਿਰੋਧ ਹੈ, ਦੋਏ ਨਾ ਵਸੇ ਇੱਕ ਠਾਈ। ਬਈ ਇਹ ਦੋਵੇਂ ਇਕੱਠੇ ਇੱਕ ਥਾਂ ਤੇ ਨਹੀਂ ਰਹਿ ਸਕਦੇ। ਜਿੱਥੇ ਨਾਮ ਹੈ ਉੱਥੇ ਹਉਮੈ ਨਹੀਂ ਰਹੇਗੀ, ਤੇ ਜਿੱਥੇ ਨਾਮ ਨਹੀਂ ਉੱਥੇ ਹਉਮੈ ਬੈਠੀ ਹੁੰਦੀ ਅੰਦਰ। ਹੁਣ ਹਉਮੈ ਕਰਕੇ ਹੀ ਜੀਵ ਦੂਸਰਿਆਂ ਦੇ ਔਗਣ ਫਰੋਲਦਾ, ਉਹਨਾਂ ਦੇ ਨਾਲ ਵੈਰ ਵਿਰੋਧ ਈਰਖਾ ਨਫ਼ਰਤ ਕਰਦਾ, ਧਾਤ ਦੇ ਰਸਤੇ 'ਤੇ ਚੱਲਦਾ। ਸੋ ਆਪਾਂ ਨੂੰ ਸਤਿਗੁਰਾਂ ਨੇ ਜਿਹੜਾ ਪੰਥ ਦੱਸੇ ਇਹਨੂੰ ਪ੍ਰੇਮ ਦਾ ਪੰਥ ਕਹਿੰਦੇ, ਪ੍ਰੇਮ ਦਾ ਮਾਰਗ। ਸਾਨੂੰ ਇਹੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰੋਜ਼ ਸਮਝਾਉਂਦੇ ਵੀ ਜੇ ਤੁਸੀਂ ਆਪਦੇ ਜੀਵਨ ਦਾ ਲਾਹਾ ਖੱਟਣਾ ਚਾਹੁੰਦੇ ਹੋ, ਜੇ ਤੁਸੀਂ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹੋ, ਫਿਰ ਤੁਸੀਂ ਇਹ ਪ੍ਰੇਮ ਦੀ ਅਵਸਥਾ ਜਾਓ, ਪ੍ਰੇਮ ਦੇ ਮਾਰਗ 'ਤੇ ਚੱਲੋ ਤੇ ਸਾਰਿਆਂ ਨਾਲ ਪ੍ਰੇਮ ਕਰੋ। ਆਪਾਂ ਰੋਜ਼ ਪੜ੍ਹਦੇ ਹਾਂ ਸਤਿਗੁਰਾਂ ਦੇ ਬਚਨ, ਸਾਜ ਕਹੂੰ ਸੁਣ ਲਿਓ ਸਭੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਬਈ ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਨੇ ਹੀ ਮਾਲਕ ਨਾਲ ਮਿਲਾਪ ਕੀਤਾ। ਹੌਲੀ ਪ੍ਰੇਮ ਦੀ ਅਵਸਥਾ ਸਾਡੇ ਅੰਦਰ ਫਿਰ ਬਣਦੀ ਹੈ ਜੇ ਅਸੀਂ ਆਪਦੇ ਆਪ ਨਾਲ ਪ੍ਰੇਮ ਕਰਾਂਗੇ। ਪਹਿਲਾਂ ਤਾਂ ਜੀਵ ਆਪਦੇ ਆਪ ਨਾਲ ਹੀ ਨਹੀਂ ਪ੍ਰੇਮ ਕਰਦਾ, ਕਿਉਂਕਿ ਉਹਨੂੰ ਆਪਦੇ ਆਪੇ ਦੀ ਸੋਝੀ ਨਹੀਂ ਵੀ ਮੈਂ ਕੌਣ। ਜਦੋਂ ਸਾਨੂੰ ਆਪਦੇ ਆਪ ਦੀ ਸੋਝੀ ਨਹੀਂ, ਅਸੀਂ ਆਪਦਾ ਹੀ ਨਹੀਂ ਭਲਾ ਕਰਦੇ ਆਪ, ਤੇ ਅਸੀਂ ਹੋਰ ਕਿਸੇ ਦਾ ਕੀ ਕਰਨਾ। ਜਿਹੜਾ ਸਾਡਾ ਮਨ ਹੈ ਇਹ ਧਾਤ ਦੇ ਰਸਤੇ 'ਤੇ ਚੱਲਦਾ ਹੋਇਆ ਇਹ ਬੁਰਾ ਬਣ ਗਿਆ। ਹੁਣ ਇਹਦੇ ਉੱਤੇ ਮੈਲ ਲੱਗ ਗਈ ਹੈ, ਵਿਚਾਰਾਂ ਦੀ, ਸੈਂਸੀ ਫਿਕਰਾਂ ਦੀ, ਚਿੰਤਾਵਾਂ ਦੀ, ਦੁਵਿਧਾ ਦੀ, ਵੈਰ ਵਿਰੋਧ ਦੀ। ਹੁਣ ਅਸੀਂ ਇਹਦਾ ਭਲਾ ਕਰਨਾ ਜਿਹੜਾ ਬੁਰਾ ਬਣ ਗਿਆ। ਮਹਾਰਾਜ ਕਹਿੰਦੇ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗੇ, ਪੱਲੇ ਸਭ ਕੁਛ ਪਾਏ। ਹੁਣ ਜੇ ਅਸੀਂ ਗੁੱਸਾ ਕਰਦੇ ਹਾਂ ਤੇ ਅਸੀਂ ਆਪਦੇ ਆਪ ਦਾ ਨਹੀਂ ਭਲਾ ਕਰ ਰਹੇ। ਗੁੱਸਾ ਕਰ ਕਰਕੇ ਅਸੀਂ ਕਿਸੇ ਹੋਰ ਦਾ ਨਹੀਂ ਵਿਗਾੜਦੇ, ਅਸੀਂ ਆਪਦਾ ਹੀ ਵਿਗਾੜਦੇ। ਜੇ ਅਸੀਂ ਗੁੱਸਾ ਕਰਾਂਗੇ, ਕਿਸੇ ਦੀ ਨਿੰਦਿਆ ਕਰਾਂਗੇ, ਕਿਸੇ ਨਾਲ ਵੈਰ ਵਿਰੋਧ ਕਰਾਂਗੇ, ਕਿਸੇ ਦੀ ਬੁਰਾਈ ਕਰਾਂਗੇ, ਹੁਣ ਉਹਦੇ ਨਾਲ ਕਿਸੇ ਦਾ ਤਾਂ ਨਹੀਂ, ਸਾਡਾ ਆਪਦਾ ਬੁਰਾ ਜ਼ਰੂਰ ਹੋ ਜਾਂਦਾ, ਕਿਉਂਕਿ ਸਾਡੇ ਮਨ 'ਤੇ ਮੈਲ ਲੱਗ ਜਾਂਦੀ। ਜਦੋਂ ਅਸੀਂ ਕਿਸੇ ਬਾਰੇ ਬੁਰਾ ਸੋਚਾਂਗੇ ਤੇ ਉਹੀਓ ਮੈਲ ਹੈ, ਉਹਦੇ ਨਾਲ ਹੀ ਅਸੀਂ ਦੁਖੀ ਹੋ ਜਾਣਾ, ਸ਼ਾਂਤ ਹੋ ਜਾਣਾ।
ਸੋ ਤਾਂ ਫਿਰ ਆਪਾਂ ਨੂੰ ਕਹਿੰਦੇ ਵੀ ਪਿਆਰ ਤਾਂ ਜੀਵ ਆਪਦੇ ਆਪੇ ਨਾਲ ਨਹੀਂ ਕਰਦਾ, ਕਿਉਂਕਿ ਆਪਦਾ ਭਲਾ ਨਹੀਂ ਕਰਦਾ ਤੇ ਉਹ ਹੋਰ ਕਿਸੇ ਨਾਲ ਕੀ ਕਰੇਗਾ। ਜਿਹੜਾ ਆਪਦੇ ਆਪੇ ਨਾਲ ਹੀ ਨਹੀਂ ਕਰਦਾ, ਜਿਹੜਾ ਆਪਦਾ ਆਪਾਂ ਨਹੀਂ ਸਵਾਰਥ। ਸੋ ਤਾਂ ਫਿਰ ਸਾਡੇ ਮਨ ਨੂੰ ਸਮਝਾਉਂਦੇ ਵੀ ਤੈਨੂੰ ਦੁੱਖ ਤਾਂ ਹੁੰਦਾ ਹੈ ਜਦੋਂ ਤੂੰ ਆਪਦਾ ਭਲਾ ਨਹੀਂ ਕਰਦਾ, ਤੂੰ ਬੁਰਾ ਸੋਚਦਾ। ਜੇ ਜੋ ਕਿਸੇ ਬਾਰੇ ਬੁਰਾ ਨਾ ਸੋਚੇ ਫਿਰ ਤੈਨੂੰ ਦੁੱਖ ਨਹੀਂ ਹੋਏਗਾ, ਤੂੰ ਅਸ਼ਾਂਤ ਨਹੀਂ ਹੋਏਗਾ। ਮਾਰੇ ਫਰਮਾਉਂਦੇ ਪਰ ਕਾ ਬੁਰਾ ਨਾ ਰੱਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਬਈ ਤੁਹਾਨੂੰ ਦੁੱਖ ਹੋਣਾ ਕੋਈ ਨਹੀਂ ਜੇ ਅਸੀਂ ਕਿਸੇ ਪ੍ਰਥਾਏ ਬੁਰਾ ਨਹੀਂ ਸੋਚਾਂਗੇ। ਜਦੋਂ ਅਸੀਂ ਕਿਸੇ ਦੀ ਨਿੰਦਿਆ ਕਰਦੇ, ਕਿਸੇ ਦਾ ਬੁਰਾ ਚਿਤਾਰਦੇ ਹਾਂ, ਉਹ ਬੁਰਾ ਸਾਡਾ ਆਪਦਾ ਹੀ ਹੋ ਜਾਂਦਾ, ਕਿਉਂਕਿ ਸਾਡਾ ਮਨ ਦੁਖੀ ਹੋਏਗਾ, ਸ਼ਾਂਤ ਹੋਏਗਾ। ਜਿਹੜੀ ਕਿਸੇ ਦੀ ਬੁਰਾਈ ਕਰਨੀ, ਕਿਸੇ ਦੀ ਈਰਖਾ ਕਰਨੀ, ਨਫ਼ਰਤ ਕਰਨੀ, ਦੁਵਿਧਾ ਦੀ ਗੱਲ ਕਰਨੀ, ਇਹ ਰੋਗੀ ਚਿੱਤ ਦੇ ਲੱਛਣ ਨੇ। ਜਿਹੜਾ ਜੀ ਵੈਰ ਵਿਰੋਧ ਦੀ ਗੱਲ ਕਰਦਾ, ਨਫ਼ਰਤ ਦੀ, ਈਰਖਾ ਦੀ ਗੱਲ ਕਰਦਾ, ਜਿਹੜਾ ਧੜਿਆਂ 'ਚ ਵੰਡਦਾ ਹੈ, ਉਹਦਾ ਮਨ ਹੈ ਜਿਹੜਾ ਆਪਦਾ ਰੋਗੀ। ਇਹ ਜਿਹੜਾ ਸੁਖੀ ਚਿੱਤ ਦੇ ਲੱਛਣ ਨਹੀਂ ਹੈ, ਸੁਖੀ ਮਨ ਦੇ ਲੱਛਣ ਨਹੀਂ ਹੈ। ਜੇ ਹੁਣ ਸਾਨੂੰ ਇਹ ਚੀਜ਼ ਦਾ ਗਿਆਨ ਹੋਵੇ, ਸਾਨੂੰ ਸੋਝੀ ਆ ਜਾਵੇ, ਸਾਨੂੰ ਭੇਤ ਆ ਜਾਵੇ, ਜੇ ਕੋਈ ਸਾਨੂੰ ਦੁਵਿਧਾ ਦੀ ਗੱਲ ਸੁਣਾਉਂਦਾ ਹੈ, ਸੰਸਾਰ ਦੇ ਵਿੱਚ ਸੰਸਾਰੀ ਜੀਵ ਕਿੰਨੀ ਉਹਦੀ ਮਰਜ਼ੀ ਮਾਨਤਾ ਕਰਨ, ਜੇ ਅਸੀਂ ਗੁਰਬਾਣੀ ਗੁਰੂ ਦੇ ਆਧਾਰ 'ਤੇ ਦੇਖਾਂਗੇ, ਸਾਨੂੰ ਉਦੋਂ ਹੀ ਪਤਾ ਲੱਗ ਜੇ ਵੀ ਇਹ ਜੋ ਗੱਲ ਕਰ ਰਹੇ ਦੁਵਿਧਾ ਦੀ, ਈਰਖਾ, ਨਫ਼ਰਤ ਦੀ ਗੱਲ ਕਰ ਰਹੇ, ਤਾਂ ਆਪ ਰੋਗੀ ਹੋਇਆ ਬੈਠੇ। ਇਹਦਾ ਮਨ ਤਾਂ ਆਪਦਾ ਸੁੱਤਾ ਪਿਆ ਹੈ, ਇਹ ਤਾਂ ਖੁਦ ਮਨਮੁਖ ਹੋਇਆ ਬੈਠਾ, ਇਹਦਾ ਮੂੰਹ ਕਾਲਾ ਹੋਣਾ ਤੇ ਇਹਨੇ ਨਰਕਾਂ 'ਚ ਜਾਣਾ। ਕਿਉਂਕਿ ਸਤਿਗੁਰੂ ਸਾਨੂੰ ਬੜਾ ਸਪਸ਼ਟ ਸਮਝਾਉਂਦੇ ਬਈ ਜਿਹੜੀ ਨਿੰਦਿਆ ਹੈ ਉਹ ਕਿਸੇ ਦੀ ਭਲੀ ਨਹੀਂ, ਜਿਹੜੇ ਕਰਦੇ ਨੇ ਉਹ ਮਨਮੁਖ ਨੇ, ਮੂਰਖ ਨੇ, ਉਹ ਅੰਧ ਗਿਆਨੀ ਨੇ। ਸਤਿਗੁਰੂ ਕਹਿੰਦੇ ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ। ਮੂੰਹ ਕਾਲੇ ਤਨ ਨਿੰਦਕਾਂ, ਨਰਕੇ ਘੋਰ ਭਵਨ। ਬਈ ਜਿਹੜੇ ਕਿਸੇ ਦੀ ਨਿੰਦਿਆ ਕਰਦੇ, ਉਹਨਾਂ ਨੂੰ ਨਰਕਾਂ 'ਚ ਸੁੱਟਿਆ ਜਾਂਦਾ, ਉਹਨਾਂ ਨੂੰ ਸਜ਼ਾ ਮਿਲਦੀ। ਉਹ ਇੱਥੇ ਵੀ ਦੁਖੀ ਨੇ, ਕਿਉਂਕਿ ਕਿਸੇ ਦੀ ਨਿੰਦਿਆ ਕਰਕੇ ਜੇ ਅਸੀਂ ਆਖਾਂਗੇ ਸਾਡੇ ਮਨ ਨੂੰ ਬੜੀ ਸ਼ਾਂਤੀ ਆਏਗੀ, ਸਾਡੇ ਮਨ ਦੀ ਤ੍ਰਿਪਤੀ ਹੋ ਜਾਏਗੀ, ਤੇ ਸ਼ਾਂਤੀ ਥੋੜ੍ਹੀ ਹੋਣੀ। ਸਾਡੇ ਮਨ ਦਾ ਹੋਰ ਦੁਖੀ ਤੇ ਹੋਰ ਅਸ਼ਾਂਤ ਹੋ ਜਾਣਾ। ਸੋ ਤਾਂ ਫਿਰ ਆਪਾਂ ਨੂੰ ਕਹਿੰਦੇ ਵੀ ਇਹ ਮਾਰਗ ਹੈ ਪ੍ਰੇਮ ਦਾ, ਵੀ ਤੁਸੀਂ ਸਾਰਿਆਂ ਨਾਲ ਪਿਆਰ ਕਰੋ। ਹੁਣ ਸਾਰਿਆਂ ਨਾਲ ਪਿਆਰ ਤਾਂ ਅਸੀਂ ਤਾਂ ਕਰਾਂਗੇ ਜੇ ਅਸੀਂ ਪਹਿਲਾਂ ਆਪਣੇ ਆਪੇ ਨਾਲ ਪਿਆਰ ਕਰਾਂਗੇ। ਜੇ ਅਸੀਂ ਜਿਹੜਾ ਸਾਡਾ ਮਨ ਹੈ ਉਹ ਅਸੀਂ ਮਨ ਨੂੰ ਸੁੱਤੇ ਹੋਏ ਨੂੰ ਜਗਾਵਾਂਗੇ, ਜੇ ਅਸੀਂ ਆਪਣਾ ਆਪਾ ਭਲਾ ਕਰਾਂਗੇ, ਫਿਰ ਹੀ ਅਸੀਂ ਅੱਗੇ ਵੀ ਪਿਆਰ ਕਰ ਸਕਾਂਗੇ। ਸੋ ਤਾਂ ਫਿਰ ਆਪਾਂ ਨੂੰ ਸਮਝਾਉਂਦੇ ਵੀ ਜੋ ਸਤਿਗੁਰੂ ਸਾਨੂੰ ਉਪਦੇਸ਼ ਦੇ ਰਹੇ, ਜੋ ਸਮਝਾ ਰਹੇ, ਉਹ ਸਾਰਾ ਉਪਦੇਸ਼ ਸਾਡੇ ਮਨ ਨੂੰ ਦਿੱਤਾ ਜਾਂਦਾ। ਜਿਹੜਾ ਹੁਣ ਮਨ ਹੈ ਭਰਮ ਦੇ ਵਿੱਚ ਆ ਕੇ ਇੱਧਰ ਤ੍ਰੈ ਗੁਣਾਂ ਦੇ ਵਿੱਚ ਸੁੱਤਾ ਪਿਆ, ਜਦੋਂ ਮਨ ਸੌਂ ਜਾਂਦਾ ਹੈ, ਸੁੱਤੇ ਹੋਏ ਨੂੰ ਸਮਝ ਨਹੀਂ ਲੱਗਦੀ, ਸੁੱਤੇ ਨੂੰ ਭੇਤ ਨਹੀਂ ਆਉਂਦਾ ਵੀ ਮੈਨੂੰ ਕੀ ਸਮਝਾਇਆ ਜਾ ਰਿਹਾ, ਮੈਨੂੰ ਕੀ ਉਪਦੇਸ਼ ਦਿੱਤਾ ਜਾ ਰਿਹਾ। ਹੁਣ ਤਾਂ ਫਿਰ ਮਹਾਰਾਜ ਕਹਿੰਦੇ ਵੀ ਤੁਸੀਂ ਸੁੱਤੇ ਨਾ ਰਹੋ, ਤੁਸੀਂ ਜਾਗੋ। ਔਰ ਇਹ ਆਪਾ ਦੇਖਣਾ ਵੀ ਅਸੀਂ ਕਿੰਨਾ ਕੁ ਇਹ 300 ਸਾਲ ਦੇ ਵਿੱਚ ਗੁਰਬਾਣੀ ਗੁਰੂ ਨੂੰ ਮੰਨਿਆ, ਤੇ ਅਸੀਂ ਕਿੰਨਾ ਕੁ ਜਾਗੇ, ਜਾਂ ਸਾਡੇ ਮਨ ਅੱਜ ਵੀ ਸੁੱਤੇ ਪਏ ਨੇ। ਮਹਾਰਾਜ ਤਾਂ ਸਾਨੂੰ ਜਗਾ ਰਹੇ, ਕਹਿੰਦੇ ਜਾਗੋ ਜਾਗੋ ਸੁੱਤੇ ਹੋ, ਚੱਲਿਆ ਵਣਜਾਰਾ। ਬਈ ਸਾਡੇ ਜੀਵਨ ਦੀ ਜਿਹੜੀ ਰਾਤ ਉਹ ਬੀਤਦੀ ਜਾ ਰਹੀ ਹੈ, ਕਿਤੇ ਸੁੱਤਿਆਂ ਦੀ ਰਾਤ ਨਾ ਲੰਘ ਜੇ।
ਸੋ ਤਾਂ ਸਾਨੂੰ ਕਹਿੰਦੇ ਵੀ ਸੁੱਤੇ ਨਾ ਰਹੋ, ਤੁਸੀਂ ਜਾਗੋ। ਵੀ ਇਹ ਜਿਹੜਾ ਤੁਹਾਨੂੰ ਤਨ ਮਿਲਿਆ, ਇਹ ਤਨ ਨੇ ਵੀ ਤੁਹਾਡੇ ਨਾਲ ਨਹੀਂ ਜਾਣਾ, ਹੋਰ ਤਾਂ ਇੱਥੋਂ ਜਾਣਾ ਕੀ। ਬਈ ਗਾਫਲ ਹੋ ਕੇ ਮਨ ਨੂੰ ਕਹਿੰਦੇ ਸੁੱਤਾ ਨਾ ਰਹੇ, ਹੁਣ ਜਾਗ ਪਏ। ਸਤਿਗੁਰੂ ਫਰਮਾਉਂਦੇ ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾਂ ਗਾਫਲ ਸੋਇਆ। ਜੋ ਤਨ ਉਪਜਿਆ ਸੰਗ ਹੀ, ਸੋ ਵੀ ਸੰਗ ਨਾ ਹੋਇਆ। ਬਈ ਜਿਹੜਾ ਇਹ ਸਰੀਰ ਤਨ ਹੈ, ਇਹਨੇ ਵੀ ਸਾਡਾ ਸੰਗ ਨਹੀਂ ਦੇਣਾ, ਇਹਨੇ ਵੀ ਇੱਥੇ ਹੀ ਰਹਿ ਜਾਣਾ। ਹੋਰ ਤਾਂ ਅਸੀਂ ਇੱਥੋਂ ਨਾਲ ਲੈ ਕੇ ਜਾਣਾ, ਜਦੋਂ ਇਹ ਸਰੀਰ ਵੀ ਇੱਥੇ ਹੀ ਰਹਿ ਗਿਆ, ਕੱਪੜਾ ਵੀ ਇੱਥੇ ਹੀ ਲਾ ਜਾਣਾ ਹੈ। ਹੁਣ ਅੱਗੇ ਮਰਨੇ ਜਾਣਾ, ਅਤੇ ਮਨ ਦੇ ਨਾਲ ਮਨ ਦੀ ਕੀਤੀ ਹੋਈ ਕਮਾਈ ਜਾਣੀ, ਮਨ ਦੇ ਨਾਲ ਸ਼ਬਦ ਗੁਰੂ ਨੇ ਨਾਮ ਨਹੀਂ ਜਾਣਾ। ਸਾਡੇ ਨਾਲ ਜੋ ਸੱਚ, ਸਾਡਾ ਮਾਤਾ ਪਿਤਾ ਨਿਰੰਕਾਰ ਵਾਹਿਗੁਰੂ, ਉਹਨੇ ਸਾਡਾ ਸਾਥ ਦੇਣਾ। ਹੁਣ ਜੇ ਅਸੀਂ ਸਾਰੀ ਉਮਰ ਸੁੱਤੇ ਹੀ ਰਹੇ, ਜੇ ਸਾਡਾ ਮਨ ਜਾਗਿਆ ਨਾ, ਜੇ ਅਸੀਂ ਸੱਚ ਦੇ ਸਨਮੁਖ ਨਾ ਹੋਏ, ਸ਼ਬਦ ਗੁਰੂ ਨਾਲ ਨਾ ਜੁੜੇ, ਤੇ ਸਾਡੇ ਸੁੱਤਿਆਂ ਦੀ ਉਮਰ ਬੀਤ ਜਾਣੀ। ਮਨਮੁਖ ਹੈ ਜਿਹੜਾ, ਉਹ ਸਾਰੀ ਉਮਰ ਸੁੱਤਾ ਹੀ ਰਹਿੰਦਾ। ਉਦੋਂ ਜਾਗਦਾ ਜਦੋਂ ਉਹਦਾ ਦਿੱਤਾ ਹੋਇਆ ਸਮਾਂ ਖਤਮ ਹੁੰਦਾ। ਫਿਰ ਆ ਕੇ ਇਹਨੂੰ ਜਮ ਜਗਾਉਂਦੇ, ਜਾਂ ਫਿਰ ਸਿਰ 'ਚ ਡੰਡਾ ਮਾਰਦੇ ਆ ਕਿ ਫਿਰ ਇਹ ਸੁੱਤਾ ਹੋਇਆ ਜਾਗਦਾ। ਜਦੋਂ ਜਾਗਦਾ ਇੱਕਦਮ ਉੱਠਦਾ ਅਤੇ ਫਿਰ ਪੁੱਛਦਾ ਵੀ ਮੈਂ ਕਿੱਥੇ। ਫਿਰ ਉਦੋਂ ਦੀ ਰਾਤ ਬੀਤ ਚੁੱਕੀ ਹੁੰਦੀ, ਜੀਵਨ ਬੀਤ ਚੁੱਕਿਆ ਹੁੰਦਾ। ਫਿਰ ਜਮ ਦੱਸਦੇ ਵੀ ਹੁਣ ਤੂੰ ਸਾਡੇ ਕੋਲ ਹੈ, ਤੇਰਾ ਦਿੱਤਾ ਹੋਇਆ ਸਮਾਂ ਸੀ ਜਿਹੜਾ ਖਤਮ ਹੋ ਗਿਆ। ਫਿਰ ਇਹ ਭੱਜ ਨਹੀਂ ਸਕਦਾ ਉਹਨਾਂ ਕੋਲੋਂ ਛੁੱਟ ਕੇ। ਮਹਾਰਾਜ ਕਹਿੰਦੇ ਜਮ ਕੋ ਡੰਡ ਪੜਿਓ ਸਿਰ ਉਪਰ, ਤਬ ਸੋਭਤ ਜਾਗਿਓ। ਕਹਾਂ ਹੋ ਤਬ ਕੇ ਪਛਤਾਈ, ਛੂਟਤ ਨਾਹਿਨ ਭਾਗਿਓ। ਫਿਰ ਉਦੋਂ ਪਛਤਾਉਂਦਾ ਅਤੇ ਉਦੋਂ ਛੁੱਟ ਨਹੀਂ ਸਕਦਾ, ਅਤੇ ਉਦੋਂ ਇਹਨੂੰ ਪਤਾ ਲੱਗਦਾ ਵੀ ਇਹ ਤਾਂ ਮੈਂ ਸਾਰਾ ਸਮਾਂ ਸੁੱਤੇ ਨਹੀਂ ਲੰਘਾ ਦਿੱਤਾ। ਫਿਰ ਮਨ ਪਛਤਾਉਂਦਾ ਹੈ, ਫਿਰ ਪਛਤਾਵੇ ਵਿੱਚ ਰੋਣ ਲੱਗ ਜਾਂਦਾ। ਫਿਰ ਰੋਂਦਾ ਉਦੋਂ, ਫਿਰ ਉਹ ਇੱਥੇ ਮਹਾਰਾਜ ਕਹਿੰਦੇ ਵੀ ਹੁਣ ਕਿਉਂ ਰੋਣਾ। ਜਦੋਂ ਤੇਰੇ ਕੋਲ ਸਮਾਂ ਸੀ ਉਦੋਂ ਤੂੰ ਲੋਭ 'ਚ ਪਿਆ ਰਿਹਾ। ਉਦੋਂ ਸਾਨੂੰ ਗੁਰਮੁਖ ਸਮਝਾਉਂਦੇ ਵੀ ਸਿਮਰਨ ਕਰੋ, ਸਤ ਸੰਗਤ ਕਰੋ, ਨਾਮ ਦੇ ਨਾਲ ਜੁੜੋ, ਸੱਚ ਨਾਲ ਜੁੜੋ। ਉਦੋਂ ਜੀਵ ਕਹਿੰਦਾ ਮੇਰੇ ਕੋਲ ਟਾਈਮ ਨਹੀਂ, ਬਈ ਮੇਰੇ ਕੋਲ ਸਮਾਂ ਨਹੀਂ ਸੰਗਤ ਵਾਸਤੇ, ਸਿਮਰਨ ਵਾਸਤੇ। ਜਾਂ ਬਹਾਨਾ ਮਾਰ ਦਿੰਦਾ ਬਈ ਹੁਣ ਤਾਂ ਮੇਰਾ ਸਰੀਰ ਠੀਕ ਨਹੀਂ ਜੀ, ਮੇਰੇ ਤੋਂ ਤਾਂ ਬੈਠਿਆ ਨਹੀਂ ਜਾਂਦਾ, ਮੇਰਾ ਤਾਂ ਆਹ ਦੁਖਦਾ, ਮੇਰਾ ਆਹ ਦੁਖਦਾ। ਹੁਣ ਮੁੜ ਕੇ ਫਿਰ ਇਹ ਸਰੀਰ ਵੀ ਇੱਥੇ ਹੀ ਰਹਿ ਜਾਂਦਾ, ਇਹ ਸਰੀਰ ਵੀ ਨਹੀਂ ਅੱਗੇ ਨਾਲ ਜਾਂਦਾ। ਸਤਿਗੁਰੂ ਫਿਰ ਇੱਥੇ ਕਹਿੰਦੇ ਵੀ ਹੁਣ ਕਿਉਂ ਪਛਤਾਉਣਾ ਹੈ। ਜਦੋਂ ਤੇਰੇ ਕੋਲ ਸਮਾਂ ਸੀ ਉਦੋਂ ਤੂੰ ਬਹਾਨੇਬਾਜ਼ੀ ਕਰਦਾ ਰਿਹਾ, ਉਦੋਂ ਤੂੰ ਟਾਲਦਾ ਰਿਹਾ। ਵੀ ਹੁਣ ਤਾਂ ਤੇਰਾ ਸਮਾਂ ਜਿਹੜਾ ਬੀਤ ਗਿਆ, ਹੁਣ ਤੈਨੂੰ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੈ। ਮਹਾਰਾਜ ਕਹਿੰਦੇ ਕਰਨ ਹੁਤੋ ਸੋ ਨਾ ਕੀਓ, ਪਰਿਓ ਲੋਭ ਕੇ ਫੰਦ। ਨਾਨਕ ਸਮਿਓ ਰਮ ਗਿਓ, ਅਬ ਕਿਉਂ ਰੋਵਤ ਅੰਧ। ਬਈ ਉਦੋਂ ਤੇਰੇ ਕੋਲ ਸਮਾਂ ਸੀ, ਉਹ ਤੇਰਾ ਬੀਤ ਗਿਆ, ਹੁਣ ਤਾਂ ਤੈਨੂੰ ਰੋਣ ਦਾ ਕੋਈ ਫਾਇਦਾ ਨਹੀਂ, ਕੋਈ ਲਾਹਾ ਨਹੀਂ। ਸੋ ਉਦੋਂ ਫਿਰ ਜੀਵ ਦੇ ਪੱਲੇ ਪਛਤਾਵਾ ਰਹਿ ਜਾਂਦਾ। ਫਿਰ ਇਹ ਬਹੁਤ ਪਛਤਾਉਂਦਾ, ਨਾਲੇ ਕੁੱਟ ਖਾਂਦਾ, ਨਾਲੇ ਪਛਤਾਉਂਦਾ। ਫਿਰ ਇਹਨੂੰ ਅੱਗੇ ਜੂਨਾਂ 'ਚ ਭੇਜ ਦਿੰਦੇ ਦੁਬਾਰਾ। ਫਿਰ ਇਹ ਮੌਕਾ ਨਹੀਂ ਮਿਲਦਾ, ਵਾਰੀ ਨਹੀਂ ਮਿਲਦੀ ਛੇਤੀ। ਕਈ ਯੁੱਗ ਲੰਘ ਜਾਂਦੇ ਇਹ ਮਾਨਸ ਜਾਮੇ ਤੱਕ ਪਹੁੰਚਣ ਵਾਸਤੇ। ਸਤਿਗੁਰੂ ਤਾਈਓ ਆਪਾਂ ਨੂੰ ਸਮਝਾਉਂਦੇ ਫਿਰਤ ਫਿਰਤ ਬਹੁਤੇ ਯੁੱਗ ਹਾਰਿਓ, ਮਾਨਸ ਦੇ ਲਈ। ਹੁਣ ਅਸੀਂ ਇੰਨੇ ਯੁੱਗ ਹੋਰਾਂ ਜੂਨਾਂ 'ਚ ਹੀ ਫਿਰਦੇ ਰਹਿੰਦੇ ਤਰਲੋਕੀ ਦੇ ਵਿੱਚ।
ਕਿਤੇ ਅਸੀਂ ਆਕਾਸ਼ ਨੂੰ ਲੋਕ ਨੂੰ ਚਲੇ ਗਏ, ਪੰਛੀ ਬਣ ਗਏ, ਕਿਤੇ ਪਤਾਲ ਲੋਕ ਨੂੰ ਚਲੇ ਗਏ, ਪਾਣੀ ਦੇ ਜਾਨਵਰ ਬਣ ਗਏ, ਕਦੇ ਆ ਭੂਮ ਲੋਕ 'ਚ ਆ ਗਏ, ਆ ਫਸਲ ਬਾੜੀਆਂ ਦਰਖਤ ਬਣ ਗਏ। ਹੁਣ ਇਹਨਾਂ ਜੂਨਾਂ ਦੇ ਵਿੱਚ ਇਹ ਧਰਲੋਕੀ ਦੇ ਵਿੱਚੋਂ ਨਿਕਲਦੇ ਨਿਕਲਦੇ ਇਹ ਮਾਨਸ ਜਾਮੇ ਤੱਕ ਪਹੁੰਚਣ ਵਾਸਤੇ ਬੜਾ ਸਮਾਂ ਲੱਗ ਜਾਂਦਾ। ਸੋ ਇਹਦੇ ਵਿੱਚ ਹੀ ਹੁਣ ਆਪਾਂ ਨੂੰ ਇਹ ਵਾਰੀ ਦਿੱਤੀ ਜਾਂਦੀ, ਮੌਕਾ ਦਿੱਤਾ ਜਾਂਦਾ। ਹੋਰਾਂ ਜੂਨਾਂ 'ਚ ਮੌਕਾ ਨਹੀਂ, ਹੋਰਾਂ 'ਚ ਵਾਰੀ ਨਹੀਂ ਹੈ। ਹੁਣ ਸਿਰਫ ਇੱਕ ਮਾਨਸ ਜਾਮਾ ਹੀ ਹੈ ਜਿਹਦੇ ਵਿੱਚ ਆਪਾਂ ਨੂੰ ਇੰਨੀਆਂ ਸੁੱਖ ਸਹੂਲਤਾਂ ਨੇ। ਉਹ ਹੋਰਾਂ ਜੂਨਾਂ, ਹੋਰਾਂ ਆਕਾਰਾਂ ਦੇ ਵਿੱਚ ਇਹ ਸੁੱਖ ਸਹੂਲਤਾਂ ਨਹੀਂ ਹੈ ਕਿਸੇ ਨੂੰ। ਸਿਰਫ ਮਾਨਸ ਜਾਮੇ ਵਿੱਚ ਆਪਾਂ ਨੂੰ ਸਭ ਤੋਂ ਵੱਧ ਗਿਆਨ ਦਿੱਤਾ ਹੈ। ਇਹਦੇ ਵਿੱਚ ਹੀ ਆਪਾਂ ਨੂੰ ਕੋਈ ਦੁੱਖ ਤਕਲੀਫ ਹੁੰਦੀ ਹੈ, ਆਪਣੇ ਨਾਲ ਹਮਦਰਦੀ ਹੈ, ਫਟਾਫਟ ਜੀਵ ਡਾਕਟਰਾਂ ਪਾਸ ਲੈ ਕੇ ਜਾਂਦੀ। ਹੋਰਾਂ ਜੂਨਾਂ ਦੇ ਵਿੱਚ ਇੰਨੀ ਸੁੱਖ ਸਹੂਲਤ ਨਹੀਂ ਹੈ। ਹੁਣ ਉਹ ਜੇ ਪਏ ਨੇ ਤੇ ਪਏ ਤੜਫੀ ਜਾਂਦੇ। ਜਿਵੇਂ ਹੁਣ ਆਪਾਂ ਚੱਲਦੇ ਫਿਰਦੇ ਹਾਂ, ਆਪਣੇ ਪੈਰਾਂ ਥੱਲੇ ਕਈ ਕੀੜੇ ਮਕੌੜੇ ਆ ਜਾਂਦੇ। ਔਰ ਉਹਨਾਂ ਨੂੰ ਇੰਨੀਆਂ ਸੁੱਖ ਸਹੂਲਤਾਂ ਨਹੀਂ, ਉਹ ਕਿਸੇ ਦੀਆਂ ਲੱਤਾਂ ਬਾਹਾਂ ਟੁੱਟ ਜਾਂਦੀਆਂ, ਪਏ ਤੜਫੀ ਜਾਂਦੀ। ਸਿਰਫ ਇੱਕ ਮਾਨਸ ਜਾਮਾ ਹੀ ਹੈ ਜਿਹਦੇ ਵਿੱਚ ਇਹ ਆਪਾਂ ਨੂੰ ਸਭ ਤੋਂ ਵੱਧ ਗਿਆਨ ਦਿੱਤਾ ਜਾਂਦਾ ਅਤੇ ਸੁੱਖ ਸਹੂਲਤਾਂ ਦਿੱਤੀਆਂ ਜਾਂਦੀਆਂ। ਬਈ ਹੁਣ ਸਾਨੂੰ ਇਹ ਵਾਰੀ ਮਿਲੀ ਵੀ ਹੁਣ ਤੁਸੀਂ ਪਰਮਾਤਮਾ ਦੇ ਨਾਲ ਮਿਲਾਪ ਕਰ ਲਓ, ਤੁਸੀਂ ਪਹਿਚਾਣ ਕਰ ਲਓ ਆਪਣੇ ਆਪੇ ਦੀ ਵੀ ਤੁਸੀਂ ਕੌਣ। ਜੇ ਹੁਣ ਅਸੀਂ ਮਾਨਸ ਜਾਮੇ ਵਿੱਚ ਹੁੰਦੇ ਹੋਏ ਵੀ ਦੁਖੀ, ਸਾਡਾ ਮਨ ਅਸ਼ਾਂਤ ਹੈ, ਅਤੇ ਹੋਰਾਂ ਜੂਨਾਂ 'ਚ ਤਾਂ ਕਿੰਨਾ ਦੁੱਖ ਹੈ ਉਹ ਅਸੀਂ ਅੰਦਾਜ਼ਾ ਹੀ ਨਹੀਂ ਲਾ ਸਕਦੇ। ਸਾਰਾ ਕੁਛ ਹੁੰਦੇ ਸੁਣਦੇ ਵੀ ਸੰਸਾਰ ਦੇ ਵਿੱਚ ਜੀਵ ਦੁਖੀ ਹੈ। ਉਹਦੇ ਮਨ ਦੀ ਤ੍ਰਿਪਤੀ ਨਹੀਂ ਹੈ। ਕਿਉਂ? ਕਿਉਂਕਿ ਉਹ ਗੁਰੂ ਦੀ ਮੱਤ ਨਹੀਂ ਲੈਂਦਾ, ਤਾਂ ਉਹਦੇ ਮਨ ਦੀ ਤ੍ਰਿਪਤੀ ਨਹੀਂ ਹੁੰਦੀ, ਉਹਨੂੰ ਸੁੱਖ ਨਹੀਂ, ਸ਼ਾਂਤੀ ਨਹੀਂ। ਦਿਨ ਰਾਤ ਜੀਵ ਦੁਰਮਤ ਦੀ ਅਗਨ ਦੇ ਵਿੱਚ ਜਲ ਰਹੇ ਨੇ। ਮਨ ਹੈ ਜਿਹੜਾ ਉਹਨਾਂ ਦਾ ਸੜਦਾ ਇਹ ਅਗਨ ਦੇ ਵਿੱਚ। ਮਹਾਰਾਜ ਕਹਿੰਦੇ ਦੁਰਮਤ ਅਗਨ ਜਗਤ ਪਰ ਜਾਰੀ। ਬਈ ਇਹ ਦੁਰਮਤ ਦੀ ਅਗਨ ਸਾਰੇ ਜਗਤ ਨੂੰ ਸੜ ਰਹੀ। ਮਨ ਜਿਹੜੇ ਸੜਦੇ ਦੁਖੀ ਨੇ। ਹੌੜੇ ਅਗਨ ਤੋਂ ਅਸੀਂ ਬਚ ਸਕਦੇ ਹਾਂ ਜੇ ਅਸੀਂ ਗੁਰੂ ਦੀ ਮੱਤ ਲੈ ਲਈਏ। ਜੋ ਸਤਿਗੁਰੂ ਆਪਾਂ ਨੂੰ ਉਪਦੇਸ਼ ਦੇ ਰਹੇ, ਇਹਨੂੰ ਬ੍ਰਹਮ ਦਾ ਗਿਆਨ ਕਹਿੰਦੇ। ਜੇ ਹੁਣ ਅਸੀਂ ਇਹ ਬ੍ਰਹਮ ਦਾ ਗਿਆਨ ਲੈ ਲਾਂਗੇ ਤਾਂ ਸਾਡੇ ਮਨ ਸੀਤਲ ਹੋ ਜਾਣਗੇ, ਠੰਡੇ ਹੋ ਜਾਣਗੇ। ਹੌੜੇ ਆਪਾਂ ਦੇਖਣਾ ਵੀ ਇੰਨੇ ਲੰਮੇ ਸਮੇਂ ਬਾਅਦ ਵੀ 300 ਤੋਂ 12-13 ਸਾਲ ਉੱਪਰ ਟੱਪ ਗਏ, ਵੀ ਇੰਨੇ ਸਾਲਾਂ ਦੇ ਵਿੱਚ ਕੀ ਸਾਨੂੰ ਬ੍ਰਹਮ ਦਾ ਗਿਆਨ ਹੋਇਆ ਕਿ ਨਹੀਂ ਹੋਇਆ? ਕੀ ਜੋ ਸਾਨੂੰ ਸਤਿਗੁਰੂ ਦੱਸ ਰਹੇ 1430 ਅੰਗ ਵਿੱਚ ਇਹ ਸਾਨੂੰ ਗਿਆਨ ਹੋਇਆ ਕਿ ਨਹੀਂ ਬ੍ਰਹਮ ਦਾ? ਇਹਨੂੰ ਬ੍ਰਹਮ ਦਾ ਗਿਆਨ ਕਹਿੰਦੇ। ਜੇ ਤਾਂ ਇਹ ਸਾਨੂੰ ਬ੍ਰਹਮ ਦਾ ਗਿਆਨ ਹੋ ਗਿਆ, ਸਾਡੇ ਮਨ ਸੀਤਲ ਹੋ ਜਾਣਗੇ, ਸਾਡੇ ਮਨ ਠੰਡੇ ਹੋ ਜਾਣਗੇ। ਮਹਾਰਾਜ ਕਹਿੰਦੇ ਕਬੀਰ ਮਨ ਸੀਤਲ ਭਇਆ ਪਾਇਆ ਬ੍ਰਹਮ ਗਿਆਨ, ਜਨ ਜਵਾਲਾ ਜਗ ਜਾਰਿਆ ਸੋ ਜਨ ਕੇ ਉਦਕ ਸਮਾਨ। ਬਈ ਜਿਨ੍ਹਾਂ ਨੂੰ ਤਾਂ ਇਹ ਬ੍ਰਹਮ ਦਾ ਗਿਆਨ ਹੋ ਗਿਆ, ਉਹਨਾਂ ਨੂੰ ਫਿਰ ਇਹ ਅਗਨ ਪਾਣੀ ਵਰਗੀ ਠੰਡੀ ਲੱਗਦੀ, ਉਹਨਾਂ ਦਾ ਮਨ ਸੀਤਲ ਹੈ, ਠੰਡਾ ਹੋ ਗਿਆ, ਉਹਨਾਂ ਨੂੰ ਨਹੀਂ ਸਾੜਦੀ। ਹੁਣ ਜੇ ਅੱਜ ਸਾਡੇ ਮਨ ਦੁਖੀ ਨੇ, ਅਸ਼ਾਂਤ ਨੇ, ਸਾਡੇ ਮਨ ਦੁਰਮਤ ਦੀ ਅਗਨ 'ਚ ਸੜਦੇ ਨੇ, ਇਹਦਾ ਕਾਰਨ ਸਾਨੂੰ ਗੁਰੂ ਨਾਨਕ ਦਾ ਘਰ ਹੀ ਉਹ ਦੱਸਦਾ ਹੈ ਵੀ ਸਾਨੂੰ ਜੋ ਸਮਝਾ ਰਹੇ ਸਤਿਗੁਰੂ, ਸਾਨੂੰ ਉਹਦਾ ਗਿਆਨ ਨਹੀਂ ਹੋਇਆ, ਸਾਨੂੰ ਉਹਦੀ ਸਮਝ ਨਹੀਂ ਲੱਗੀ। ਜੋ ਅਸੀਂ ਗੁਰੂ ਘਰ ਆ ਕੇ ਸਿੱਖਿਆ ਲੈਣੀ ਸੀ ਉਹ ਅਸੀਂ ਸਿੱਖਿਆ ਲਈ ਨਹੀਂ, ਤਾਂ ਅਸੀਂ ਦੁਖੀ ਹਾਂ, ਤਾਂ ਅਸੀਂ ਅਸ਼ਾਂਤ। ਨਹੀਂ ਤਾਂ ਜਿਹੜਾ ਇੱਕ ਗੁਰਸਿੱਖ ਹੈ, ਜੇ ਉਹ ਬ੍ਰਹਮ ਵਿਦਿਆ ਜਾਣਦਾ ਹੈ, ਬ੍ਰਹਮ ਦਾ ਗਿਆਨ ਲਿਆ ਉਹਨੇ ਸਤਿਗੁਰਾਂ ਤੋਂ, ਉਹਦਾ ਮਨ ਤਾਂ ਦੁਖੀ ਹੁੰਦਾ ਹੀ ਨਹੀਂ।
ਉਹਦਾ ਮਨ ਕਦੇ ਸੜੇਗਾ ਨਹੀਂ ਦੁਰਮਤ ਦੀ ਅਗਨ ਦੇ ਵਿੱਚ, ਉਹਨੂੰ ਕਦੇ ਸੇਕ ਨਹੀਂ ਲੱਗੇਗਾ, ਉਹਦਾ ਮਨ ਠੰਡਾ ਰਹੇਗਾ, ਸੀਤਲ ਰਹੇਗਾ, ਉਹਨੇ ਸਹਿਜ ਵਿੱਚ ਰਹਿਣਾ, ਆਨੰਦ ਦੇ ਵਿੱਚ। ਹੁਣ ਜੇ ਸਾਡੇ ਮਨ ਸ਼ਾਂਤ ਨੇ, ਇਹਦਾ ਕਾਰਨ ਇਹੀ ਹੈ ਵੀ ਜੋ ਸਾਨੂੰ ਸਤਿਗੁਰੂ ਉਪਦੇਸ਼ ਦੇ ਰਹੇ, ਅਸੀਂ ਉਹ ਉਪਦੇਸ਼ ਨੂੰ ਸੁਣਿਆ ਨਹੀਂ, ਅਸੀਂ ਉਹ ਉਪਦੇਸ਼ ਨੂੰ ਮੰਨਿਆ ਨਹੀਂ ਤੇ ਕਮਾਇਆ ਨਹੀਂ। ਨਹੀਂ ਤਾਂ ਜੇ ਅਸੀਂ ਗੁਰਬਾਣੀ ਗੁਰੂ ਦਾ ਆਖਿਆ ਮੰਨੀਏ, ਗੁਰਬਾਣੀ ਗੁਰੂ ਵਿੱਚ ਜਿਹੜੇ ਬਚਨ ਨੇ ਭੰਡਾਰ, ਇਹ ਰਤਨ ਮਾਣਕ ਮੋਤੀ ਹੀਰੇ ਜਵਾਹਰਾਤ ਨੇ। ਜੇ ਅਸੀਂ ਇਹਨਾਂ ਬਚਨਾਂ ਨੂੰ ਸੁਣਾਂਗੇ, ਸੁਣ ਕੇ ਮੰਨਾਂਗੇ, ਕਮਾਵਾਂਗੇ, ਤੇ ਸਾਡਾ ਮਨ ਤਾਂ ਨਿਹਾਲ ਹੋ ਜਾਂਦਾ। ਮਹਾਰਾਜ ਫਰਮਾਉਂਦੇ, ਭਗਤ ਭੰਡਾਰ ਗੁਰਬਾਣੀ ਲਾਲ, ਗਾਵਤ ਸੁਣਤ ਕਮਾਵਤ ਨਿਹਾਲ। ਬਈ ਜਿਹੜਾ ਜੀਵ ਗੁਰਬਾਣੀ ਗੁਰੂ ਨੂੰ ਮੰਨਦਾ ਹੈ, ਉਹਦਾ ਮਨ ਨਿਹਾਲੋ ਨਿਹਾਲ ਹੋ ਜਾਏਗਾ। ਉਹਦਾ ਮਨ ਕਦੇ ਦੁਖੀ, ਕਦੇ ਅਸ਼ਾਂਤ ਹੋ ਹੀ ਨਹੀਂ ਸਕਦਾ। ਦੁੱਖ ਦਾ ਕਾਰਨ, ਸ਼ਾਂਤੀ ਦਾ ਕਾਰਨ ਇਹੀ ਹੈ ਬਈ ਜੋ ਸਾਨੂੰ ਸਤਿਗੁਰੂ ਇਹ ਖੇਲ ਸਮਝਾ ਰਹੇ, ਸਾਨੂੰ ਇਹ ਖੇਲ ਦੀ ਸਮਝ ਨਹੀਂ ਲੱਗੀ। ਅਸੀਂ ਇਹ ਖੇਲ ਨੂੰ ਸਮਝਿਆ ਨਹੀਂ, ਤਾਂ ਕਰਕੇ ਸਾਡੇ ਮਨ ਦੁਖੀ ਨੇ, ਤਾਂ ਸ਼ਾਂਤ। ਜੇ ਹੁਣ ਅਸੀਂ ਇਹ ਖੇਲ ਨੂੰ ਸਮਝਾਂਗੇ ਵੀ ਅਸੀਂ ਇੱਥੇ ਹੀ ਲਾ ਜਾਣਾ। ਸੋ ਲੜਾਈਆਂ ਝਗੜੇ ਉਦੋਂ ਨੇ, ਵੈਰ ਵਿਰੋਧ ਉਦੋਂ ਹੈ ਜਦੋਂ ਅਸੀਂ ਆਪਦੇ ਆਪ ਨੂੰ ਇਸ ਲੋਕ ਦੇ ਵਾਸੀ ਸਮਝਦੇ ਵੀ ਅਸੀਂ ਕਿਹੜਾ ਇੱਥੋਂ ਜਾਣਾ ਹੈ ਜੀ। ਫਿਰ ਜੀਵ ਇੱਥੇ ਰਹਿਣ ਦਾ ਹੋਰ ਪੱਕਾ ਇੰਤਜ਼ਾਮ ਕਰੀ ਜਾਂਦਾ ਵੀ ਮੈਂ ਇੱਥੋਂ ਜਾਣਾ ਨਹੀਂ ਵਾਪਸ, ਮੈਂ ਇੱਥੇ ਹੀ ਰਹਿਣਾ। ਉਹੀਓ ਚੀਜ਼ ਸਾਡੀ ਫਿਰ ਸਾਨੂੰ ਵਾਪਸ ਮੋੜ ਲਿਆਉਂਦੀ। ਸੋ ਆਪ ਨੂੰ ਫਿਰ ਸਮਝਾਉਂਦੇ ਵੀ ਜੇ ਅਸੀਂ ਸਤਿਗੁਰਾਂ ਤੋਂ ਇਹ ਸਮਝ ਲੈ ਲਈਏ ਬਈ ਅਸੀਂ ਇਹ ਸੰਸਾਰ ਦੇ ਵਿੱਚ ਮਹਿਮਾਨ। ਮਹਿਮਾਨ ਜਿਹੜਾ ਹੁੰਦਾ ਉਹ ਕਿਸੇ ਚੀਜ਼ 'ਤੇ ਆਪਦਾ ਹੱਕ ਨਹੀਂ ਜਤਾਉਂਦਾ, ਉਹ ਖੁਸ਼ੀ ਖੁਸ਼ੀ ਰਹਿੰਦਾ, ਇਹ ਮੁੜ ਕੇ ਆਪਦੇ ਘਰ ਨੂੰ ਵਾਪਸ ਮੁੜ ਜਾਂਦਾ, ਉਹ ਕਿਸੇ ਨੂੰ ਲੜਦਾ ਨਹੀਂ। ਔਰ ਇਸੇ ਤਰ੍ਹਾਂ ਹੀ ਜੇ ਅਸੀਂ ਆਪਦੇ ਆਪ ਨੂੰ ਮਹਿਮਾਨ ਸਮਝੀਏ ਵੀ ਸਵੇਰੇ ਆਏ ਹਾਂ, ਇੱਧਰ 10-12 ਘੰਟੇ ਰਹਿਣਾ ਅਤੇ ਮੁੜ ਕੇ ਅਸੀਂ ਆਪਦੇ ਘਰ ਨੂੰ ਵਾਪਸ ਚਲੇ ਜਾਣਾ, ਫਿਰ ਅਸੀਂ ਕਿਸੇ ਨਾਲ ਲੜਦੇ ਨਹੀਂ, ਕਿਸੇ ਨਾਲ ਵੈਰ ਵਿਰੋਧ ਨਹੀਂ ਕਰਦੇ। ਫਿਰ ਜਦੋਂ ਵਾਪਸ ਜਾਵਾਂਗੇ ਸਾਨੂੰ ਦਰਗਾਹ 'ਚ ਗਿਆ ਨੂੰ ਘਰ ਦੇ ਵਿੱਚ ਮਾਣ ਮਿਲਦਾ। ਮਹਾਰਾਜ ਫਰਮਾਉਂਦੇ, ਗੁਰ ਪ੍ਰਸ਼ਾਦੀ ਜਾਣੇ ਮਹਿਮਾਨ, ਤਾਂ ਕਿਛ ਦਰਗਾਹ ਪਾਵੇ ਮਾਣ। ਬਈ ਜਿਹੜਾ ਆਪਦੇ ਆਪ ਨੂੰ ਮਹਿਮਾਨ ਸਮਝੇਗਾ, ਉਹ ਜਦੋਂ ਵਾਪਸ ਦਰਗਾਹ ਜਾਏਗਾ ਉਹਨੂੰ ਮਾਣ ਮਿਲੇਗਾ, ਉਹਨੂੰ ਇੱਜ਼ਤ ਮਿਲੇਗੀ। ਹੁਣ ਆਪਾਂ ਨੂੰ ਕਹਿੰਦੇ ਵੀ ਤੁਸੀਂ ਵੀ ਆਪਦੇ ਆਪ ਨੂੰ ਮਹਿਮਾਨ ਸਮਝੋ, ਬਈ ਸਵੇਰੇ ਆਏ ਹਾਂ ਅਤੇ ਮੁੜ ਕੇ ਰਾਤ ਨੂੰ ਵਾਪਸ ਜਾਣਾ, ਅਤੇ ਇੱਕ ਦਿਨ ਪੱਕੀ ਚਲੇ ਜਾਣਾ ਅਸੀਂ। ਬਈ ਇੱਥੇ ਅਸੀਂ ਸਦਾ ਤਾਂ ਬੈਠੇ ਨਹੀਂ ਰਹਿਣਾ। ਆਪਣੇ ਸਾਹਮਣੇ ਕਿੰਨੇ ਜੀਵ ਜਾ ਰਹੇ ਨੇ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਵੀ ਜਿਹੜਾ ਵੀ ਆਇਆ ਉਹਦੀ ਵਾਰੀ ਆਉਣੀ, ਇੱਕ ਦਿਨ ਖਤਮ ਹੋ ਜਾਣਾ, ਉਹਨੇ ਜਾਣਾ ਇੱਥੋਂ। ਹੁਣ ਜੇ ਅਸੀਂ ਆਪਦੇ ਆਪ ਨੂੰ ਮਹਿਮਾਨ ਸਮਝਾਂਗੇ, ਫਿਰ ਅਸੀਂ ਇੱਧਰ ਆਪਦਾ ਕੋਈ ਹੱਕ ਨਹੀਂ ਜਤਾਵਾਂਗੇ, ਫਿਰ ਸਾਨੂੰ ਇੱਥੋਂ ਜਾਣਾ ਸੌਖਾ ਹੋ ਜਾਏਗਾ। ਜੇ ਅਸੀਂ ਹੱਕ ਜਤਾਵਾਂਗੇ ਵੀ ਮੇਰਾ ਹੈ, ਫਿਰ ਅਸੀਂ ਆਪਦੇ ਦੇਸ਼ ਜਾ ਨਹੀਂ ਸਕਦੇ, ਅਸੀਂ ਵੱਜ ਜਾਂਗੇ ਇੱਧਰ ਬੰਧਨਾਂ ਦੇ ਵਿੱਚ। ਸੋ ਇਸ ਵਾਸਤੇ ਹੁਣ ਆਪਾਂ ਨੂੰ ਸਤਿਗੁਰੂ ਇਹਨਾਂ ਬੰਧਨਾਂ ਤੋਂ ਯਾਦ ਕਰਾਉਂਦੇ, ਸਾਡੇ ਬੰਧਨ ਕੱਟਦੀ। ਮਹਾਰਾਜ ਕਹਿੰਦੇ, ਸਤਿਗੁਰ ਸਿੱਖ ਕੇ ਬੰਧਨ ਕਾਟੀ, ਗੁਰ ਕਾ ਸਿੱਖ ਵਿਕਾਰ ਤੇ ਹਾਟੀ। ਹੁਣ ਜਦੋਂ ਆਪਾਂ ਸਤ ਸੰਗਤ ਕਰਦੇ ਹਾਂ, ਸਿਮਰਨ ਕਰਦੇ ਹਾਂ, ਗੁਰੂ ਦੀ ਮੱਤ ਲੈਂਦੇ ਹਾਂ, ਸਾਡੇ ਬੰਧਨ ਕੱਟੇ ਜਾਂਦੇ। ਬੰਧਨ ਕੀ ਨੇ? ਵਿਚਾਰ। ਸਾਡਾ ਮਨ ਇਹਨਾਂ ਵਿਚਾਰਾਂ ਦੇ ਵਿੱਚ ਬੱਝਾ ਬੰਧਨਾਂ 'ਚ। ਅਤੇ ਜਦੋਂ ਹੁਣ ਅਸੀਂ ਇਹ ਸਿਮਰਨ ਕਰਾਂਗੇ, ਵਿਚਾਰ ਸਾਡੇ ਬੰਧਨ ਟੁੱਟ ਜਾਣਗੇ,
ਅਤੇ ਅਸੀਂ ਆਜ਼ਾਦ ਹੋ ਜਾਵਾਂਗੇ। ਜਦੋਂ ਆਜ਼ਾਦ ਹੋ ਜਾਵਾਂਗੇ ਅਸੀਂ ਆਪਦੇ ਘਰ ਚਲੇ ਜਾਵਾਂਗੇ। ਆਓ ਹੁਣ ਇਹਨਾਂ ਬੰਧਨਾਂ ਨੂੰ ਕਿਵੇਂ ਕੱਟਣਾ, ਕਿਵੇਂ ਇਹ ਵਿਚਾਰਾਂ ਤੋਂ ਸਾਡੇ ਮਰਨੇ ਰਹਿਤ ਹੋਣਾ। ਸਤਿਗੁਰੂ ਇਹਦੇ ਵਾਸਤੇ ਆਪਾਂ ਨੂੰ ਇਸ ਵਾਸ ਦੇ ਰਸ ਸਿਮਰਨ ਅਭਿਆਸ ਦੱਸਦੇ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖੋ ਜਦੋਂ ਆਪਾਂ ਇਹ ਸਿਮਰਨ ਕਰਦੇ ਹਾਂ, ਸਾਡਾ ਮਨ ਇਹਨਾਂ ਵਿਚਾਰਾਂ ਤੋਂ ਔਰਨਿਆਂ ਤੋਂ ਰਹਿਤ ਹੁੰਦਾ। ਇਹ ਸਾਡੇ ਬੰਧਨ ਨੇ ਵਿਚਾਰ, ਸਾਡੇ ਬੰਧਨ ਕੱਟੇ ਜਾਂਦੇ। ਜਦੋਂ ਸਾਡੇ ਕੱਟੇ ਜਾਣਗੇ ਅਸੀਂ ਯਾਦ ਹੋ ਜਾਵਾਂਗੇ, ਫਿਰ ਅਸੀਂ ਆਪਦੇ ਘਰ ਵਾਪਸ ਜਾ ਸਕਦੇ, ਫਿਰ ਅਸੀਂ ਚੌਥੇ ਪਾਸੇ ਜਾ ਸਕਦੇ, ਫਿਰ ਅਸੀਂ ਨਿਜ ਮਹਿਲ ਥਿਰ ਘਰ 'ਚ ਜਾ ਸਕਦੇ। ਇਹੋ ਆਪਾਂ ਨੂੰ ਮਹਾਰਾਜ ਕਹਿੰਦੇ ਵੀ ਤੁਸੀਂ ਘਰ ਆਵੋ, ਜੇ ਤੁਸੀਂ ਘਰ ਆ ਗਏ ਤੁਹਾਨੂੰ ਦੁਬਾਰਾ ਨਹੀਂ ਵਾਪਸ ਭੇਜਾਂਗੇ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬੌਰ ਨਾ ਹੋਏਗੋ ਫੇਰਾ, ਵੀ ਦੁਬਾਰਾ ਨਹੀਂ ਤੁਹਾਡਾ ਫੇਰਾ ਹੋਏਗਾ, ਤੁਸੀਂ ਨਿਜ ਮਹਿਲ 'ਚ ਆ ਜਾਓ। ਹੌੜੇ ਮਹਿਲ ਵਿੱਚ ਜਾਣ ਲਈ ਅਸੀਂ ਇਹ ਸਿਮਰਨ ਕਰਨਾ ਵੱਧ ਤੋਂ ਵੱਧ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ, ਖੋਜਣਾ, ਤਾਂ ਕਿ ਸਾਡੇ ਮਨ ਪਾਸੇ ਨਾ ਜਾਣ। ਜੋ ਸਾਨੂੰ ਗੁਰਬਾਣੀ ਗੁਰੂ ਉਪਦੇਸ਼ ਦੇ ਰਹੇ, ਸਾਡੇ ਮਨ ਨੂੰ ਉਪਦੇਸ਼ ਦੀ ਸਮਝ ਲੱਗੇ। ਸਾਰੀ ਗੁਰਬਾਣੀ 'ਚ ਅੰਮ੍ਰਿਤ ਹੈ। ਜੇ ਅਸੀਂ ਗੁਰਬਾਣੀ ਗੁਰੂ ਨੂੰ ਵਿਚਾਰਾਂਗੇ, ਖੋਜਾਂਗੇ, ਸਾਡੇ ਮਨ ਦੀ ਮੈਲ ਉਤਰ ਜਾਂਦੀ। ਇਸ ਲਈ ਮਹਾਰਾਜ ਫਰਮਾਉਂਦੇ, ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੀ। ਸਾਰੀ ਗੁਰਬਾਣੀ ਅੰਮ੍ਰਿਤਮਈ ਹੈ। ਅਸੀਂ ਵਿਚਾਰਾਂਗੇ ਤੇ ਸਾਡਾ ਮਨ ਧੋਤਾ ਜਾਏਗਾ, ਸ਼ੁੱਧ ਹੋ ਜਾਏਗਾ, ਨਿਰਮਲ ਹੋ ਜਾਏਗਾ। ਸੋ ਬਾਕੀ ਇਹ ਆਪਾਂ ਵੱਧ ਤੋਂ ਵੱਧ ਸੰਗਤ ਕਰਨੀ ਹੁੰਦੀ। ਜਿੰਨੀ ਆਪਾਂ ਸੰਗਤ ਕਰਾਂਗੇ ਸਾਨੂੰ ਓਨਾ ਹੀ ਗਿਆਨ ਦ੍ਰਿੜ ਹੋਏਗਾ, ਸਾਨੂੰ ਸੋਝੀ ਆਏਗੀ, ਸਾਨੂੰ ਜੀਵਨ ਦਾ ਲਾਹਾ ਹੈ। ਸੋ ਇਹ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ ਭੇਜ ਦਿੱਤਾ। ਸੋ ਜੋ ਅੱਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਇਹਨਾਂ ਦਾ ਗੁਰਤਾ ਗੱਦੀ ਦੇ ਸਮੂਹ ਸੰਗਤਾਂ ਨੂੰ ਫਿਰ ਲੱਖ ਲੱਖ ਵਧਾਈ ਹੋਵੇ। ਅਤੇ ਹੁਣ ਆਪਾਂ ਜੋ ਸਤਿਗੁਰੂ ਆਪਾਂ ਨੂੰ ਸਮਝਾਉਂਦੇ ਨੇ, ਉਹਨੂੰ ਸਮਝ ਕੇ ਅਸੀਂ ਮੰਨਣਾ ਅਤੇ ਉੱਥੇ ਪਹੁੰਚਣਾ ਜਿੱਥੇ ਆਪਾਂ ਨੂੰ ਪਹੁੰਚਣ ਨੂੰ ਕਹਿ ਰਹੇ। ਜੇ ਅਸੀਂ ਮਾਲਕ ਨਾਲ ਮਿਲਾਪ ਕਰ ਲਿਆ, ਜੇ ਅਸੀਂ ਨਾਮ 'ਚ ਸਮਾ ਗਏ, ਤਾਂ ਸਮਝ ਲਓ ਅਸੀਂ ਗੁਰਬਾਣੀ ਗੁਰੂ ਨੂੰ ਮੰਨ ਲਿਆ। ਫਿਰ ਆਪਾਂ ਕਹਾਂਗੇ ਵੀ ਅਸੀਂ ਗੁਰਬਾਣੀ ਗੁਰੂ ਨੂੰ ਹੁਣ ਮੰਨਦੇ ਹਾਂ, ਅਸੀਂ ਕਮਾ ਲਿਆ ਵੀ ਜਿੱਥੇ ਸਾਨੂੰ ਪਹੁੰਚਣ ਨੂੰ ਕਹਿ ਰਹੀ ਸੀ ਚੌਥੇ ਪਦ ਵਿੱਚ, ਅਸੀਂ ਉੱਥੇ ਪਹੁੰਚ ਗਏ। ਜਿਸ ਅਸੀਂ ਮੂਲ ਤੋਂ ਵਿਛੜੇ ਸੀ, ਮਾਲਕ ਨੂੰ, ਉਸ ਨੂੰ ਮਿਲ ਲਏ, ਨਾਮ ਦੇ ਵਿੱਚ ਸਮਾ ਗਏ, ਅਤੇ ਸਾਡਾ ਜਿਹੜਾ ਜਨਮ ਮਰਨ ਉਹ ਖੰਡਨ ਹੋ ਗਿਆ ਅਤੇ ਸਦਾ ਲਈ ਅਮਰ ਹੋ ਗਏ। ਅਤੇ ਹੁਣ ਅਸੀਂ ਗੁਰਬਾਣੀ ਗੁਰੂ ਨੂੰ ਮੰਨ ਲਏ। ਮਹਾਰਾਜ ਇਸੇ ਵਰਤਾਏ ਕਹਿੰਦੇ, ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ ਹੀ। ਬਈ ਫਿਰ ਸਾਡਾ ਦੁੱਖ ਜਿਹੜਾ ਜਨਮ ਮਰਨ ਦਾ ਖੰਡਨ ਹੋ ਜਾਣਾ ਅਤੇ ਅਸੀਂ ਸਦਾ ਲਈ ਅਮਰ ਹੋ ਜਾਣਾ। ਸੋ ਇਹ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ। ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਵਾਲਾ, ਉਸੇ ਗਿਆਨ ਦੀ ਆਪਾਂ ਅੱਗੇ ਸਾਂਝ ਪਾਉਂਦੇ ਹਾਂ ਵੀ ਤਾਂ ਕਿ ਸਾਡੇ ਹਿਰਦੇ 'ਚ ਵਸ ਜੇ, ਅਤੇ ਅਸੀਂ ਇਹ ਗਿਆਨ ਨੂੰ ਕਮਾ ਕੇ ਮੰਨ ਕੇ ਆਪਦੇ ਹਿਰਦੇ 'ਚ ਵਸਾ ਕੇ ਆਪਦੇ ਜੀਵਨ ਦਾ ਜੋ ਲਾਹਾ ਹੈ ਉਹ ਅਸੀਂ ਲਾਹਾ ਖੱਟ ਸਕੀਏ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦੇ ਹਾਂ। ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਸੰਗਤ ਅਤੇ ਸਤਿਗੁਰੂ ਬਖਸ਼ਣਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿ